पंजाबी विभाग पंजाबी यूनीवर्सिटी पटियाला ਵੱਲੋਂ ਮਿਤੀ 10 ਅਤੇ 11 ਨਵੰਬਰ 2020 ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼੍ਰੀ ਗੁਰੂ ਤੇਗ ਬਹਾਦਰ ਬਾਣੀ ਵਿਚਾਰਧਾਰਾ ਅਤੇ ਕਲਾਤਮਕ ਵਿਸ਼ੇਸ਼ਤਾ ਵਿਸ਼ੇ ਉੱਪਰ 2 ਰੋਜ਼ਾ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਵਿੱਚ ਗੁਰੂ ਸਾਹਿਬ ਦੁਆਰਾ ਰਚਿਤ ਬਾਣੀ ਦੀ ਵਿਚਾਰਧਾਰਾ ਅਤੇ ਕਲਾਤਮਕ ਵਿਸ਼ੇਸ਼ਤਾ ਬਾਬਤ ਵਿਦਵਾਨਾਂ ਵੱਲੋਂ ਨਿੱਠ ਕੇ ਚਰਚਾ ਕੀਤੀ ਗਈ। ਇਸ ਵੈਬੀਨਾਰ ਵਿੱਚ ਪੰਜਾਬੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾਕਟਰ ਲਖਵੀਰ ਸਿੰਘ ਵੀ ਸ਼ਾਮਲ ਹੋਏ। ਡਾਕਟਰ ਲਖਵੀਰ ਸਿੰਘ ਜੀ ਨੇ ਗੁਰੂ ਸਾਹਿਬ ਦੁਆਰਾ ਰਚਿਤ ਬਾਣੀ ਦੀ ਕਲਾਤਮਕ ਵਿਸ਼ੇਸ਼ਤਾ ਬਾਰੇ ਚਰਚਾ ਕੀਤੀ। ਆਓ ਸੁਣਦੇ ਹਾਂ ਡਾਕਟਰ ਲਖਵੀਰ ਸਿੰਘ ਜੀ ਦੇ ਵਿਚਾਰ। ਮੈਨੂੰ ਜਿਹੜਾ ਵਿਸ਼ਾ ਮਿਲਿਆ ਸੀ ਉਹ ਹੈਗਾ ਗੁਰੂ ਤੇਗ ਬਹਾਦਰ ਦੀ ਬਾਣੀ ਦੀਆਂ ਕਲਾਤਮਕ ਵਿਸ਼ੇਸ਼ਤਾਵਾਂ। ਸਭ ਤੋਂ ਪਹਿਲਾਂ ਮੈਂ ਜਿਹੜਾ ਹੈ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਰੂਪਕ ਪੱਖ ਬਾਰੇ ਜਿਹੜਾ ਹੈ ਜਾਂ ਰੂਪਕ ਵਿਸ਼ੇਸ਼ਤਾ ਬਾਰੇ ਜਿਹੜਾ ਤੁਹਾਡੇ ਨਾਲ ਗੱਲ ਸਾਂਝੀ ਕਰਦਾਗਾ। ਇਹ ਸਾਰੇ ਵਿਦਵਾਨ ਦੱਸ ਰਹੇ ਨੇ ਕਿ 59 ਸ਼ਬਦ ਤੇ 57 ਸ਼ਲੋਕ ਨੇਗੇ। ਜੇ ਰੂਪਕ ਪੱਖ ਤੋਂ ਕੋਈ ਇੱਕ ਵਿਸ਼ੇਸ਼ਤਾ ਇਹਨਾਂ ਦੇ ਵਿੱਚ ਸਾਂਝੀ ਦੇਖਣੀ ਹੋਵੇ ਜਾਂ ਕੋਈ ਸਾਂਝ ਦੇਖਣੀ ਹੋਵੇ ਸ਼ਲੋਕਾਂ ਤੇ ਸ਼ਬਦਾਂ ਦੇ ਵਿੱਚ, ਤਾਂ ਮੈਨੂੰ ਇਹ ਲੱਗਦਾ ਕਿ ਰਚਨਾਤਮਕ ਪੱਖ ਤੋਂ ਜਿਹੜਾ ਹੈ ਸਾਰੀ ਦੀ ਸਾਰੀ ਇਹ ਬਾਣੀ ਭਾਵੇਂ ਸ਼ਬਦ ਨੇ ਤੇ ਭਾਵੇਂ ਸ਼ਲੋਕ ਨੇ ਤੇ ਇਹ ਇੱਕ ਸਾਰ ਹੈ, ਬੜੀ ਇੱਕ ਸੁਰਤਾ ਜਿਹੜੀ ਹੈ ਬਣੀ ਹੋਈ ਹੈ ਬਣਤਰ ਦੇ ਪੱਖ ਤੋਂ। ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਕਿ ਵੀ ਜਿਹੜੇ ਸ਼ਲੋਕ ਵੀ ਨੇ ਜਿਹੜਾ ਹੈ ਉਹ 2-2 ਪੰਕਤੀਆਂ ਦੇ ਨੇ, 2-2 ਤੁਕਾਂ ਦੇ ਨੇਗੇ, ਤੇ ਜਿਹੜੇ ਗੁਰੂ ਸਾਹਿਬ ਦੇ ਜਿਹੜੇ ਪਦ ਨੇ ਜਿਹੜਾ ਹੈ ਤੇ ਉਹਨਾਂ ਦੇ ਵਿੱਚ ਵੀ ਜਿਹੜਾ ਹੈ ਕੁਝ ਦੁੱਪ ਦੇ ਨੇ, ਕੁਝ ਤਿੱਪ ਦੇ ਨੇ। ਮੇਰੇ ਕੋਲ ਗਿਣਤੀ ਹੈਗੀ ਆ ਵੀ 38 ਦੁੱਪ ਦੇ ਨੇ ਤੇ 21 ਤਿੱਪ ਦੇ ਨੇ ਜਿਹੜਾ। ਤੇ ਇਹ ਜਿਹੜੇ ਦੁੱਪ ਦੇ ਤੇ ਤਿੱਪ ਦੇ ਨੇ ਜਿਹੜਾ ਭਾਵ ਇੱਕ ਪਦ ਜਿਹੜਾ ਹੈ ਉਹ ਵੀ ਸ਼ਲੋਕ ਦੀ ਬਣਤਰ ਦੇ ਸਮਾਨ ਅੰਤਰ ਚੱਲਦਾ ਹੈਗਾ। ਕਈ ਵਾਰ ਤਾਂ ਇਹ ਹੁੰਦਾ ਹੈਗਾ ਕਿ ਕਿਸੇ ਸ਼ਬਦ ਦੇ ਵਿੱਚ ਪੂਰੇ ਦਾ ਪੂਰਾ ਸ਼ਲੋਕ ਜਾਂ ਪੂਰੇ ਦੇ ਪੂਰੇ 2-3 ਸ਼ਲੋਕ ਵੀ ਆ ਜਾਂਦੇ ਨੇ ਜਿਹੜਾ ਹੈ, ਭਾਵ 2 ਪਦਿਆਂ ਦੇ ਵਿੱਚ ਜਾਂ 3 ਪਦਿਆਂ ਦੇ ਵਿੱਚ ਰੈਪੀਟੀਸ਼ਨ ਵੀ ਇਸ ਤਰ੍ਹਾਂ ਦੀ ਆ ਜਾਂਦੀ ਹੈ। ਜਿਹੜਾ ਹੈ ਮੈਨੂੰ ਲੱਗਦਾ ਵੀ ਜਿਹੜਾ ਇਹ ਇੱਕ ਸੁਰਤਾ ਵਾਲਾ ਜਾਂ ਇੱਕ ਸਾਰਤਾ ਵਾਲਾ ਜਿਹੜਾ ਨੁਕਤਾ ਹੈ ਇਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਵਿੱਚ ਜਿਹੜਾ ਹੈ ਇੱਕ ਕਲਾਤਮਕ ਪੱਖ ਤੋਂ ਬੜਾ ਮਹੱਤਵਪੂਰਨ ਹੈ। ਜਿਹੜਾ ਹੈ ਇੱਕ ਹੋਰ ਚੀਜ਼ ਜਿਹੜੀ ਦੇਖਣ ਵਾਲੀ ਹੈ, ਜਿਹੜੀ ਇੱਕ ਸਾਰਤਾ ਬਣੀ ਹੋਈ ਹੈ ਜਿਹੜੀ ਕਿ ਬਾਕੀ ਗੁਰਬਾਣੀ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜਾ ਹੈ ਨਹੀਂ ਹੁੰਦੀ। ਜਿਹੜਾ ਹੈ ਨਹੀਂ ਹੁੰਦਾ ਮਤਲਬ ਇਹ ਨਹੀਂ ਹੈਗਾ ਉਹਦੀ ਕੋਈ ਖਾਮੀ ਹੈਗੀ, ਤੇ ਉਹ ਅੱਗੇ ਪਿੱਛੇ ਹੁੰਦਾ ਜਿਹੜਾ ਹੈ। ਗੁਰਬਾਣੀ ਦਾ ਜਿਹੜਾ ਇਸ ਤਰ੍ਹਾਂ ਦਾ ਇੱਕ ਟੈਕਸਟ ਹੈਗਾ, ਜਿਵੇਂ ਰਹਾਉ ਦੀ ਜਿਹੜੀ ਪੰਕਤੀ ਹੈ ਜਾਂ ਰਹਾਉ ਦਾ ਇੱਕ ਪਦ ਹੈ ਉਹ ਲਗਭਗ ਹਰੇਕ ਸ਼ਬਦ ਦੇ ਵਿੱਚ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਵਿੱਚ ਜਿਹੜਾ ਹੈ ਇੱਕ ਬੜੀ ਇੱਕ ਵਿਸ਼ੇਸ਼ਤਾ ਹੈ ਕਿ ਗੁਰੂ ਤੇਗ ਬਹਾਦਰ ਦੀ ਬਾਣੀ ਜਿੰਨੇ ਵੀ ਸ਼ਬਦ ਨੇ ਉਹਨਾਂ ਸਾਰਿਆਂ ਦੇ ਵਿੱਚ ਪਹਿਲਾ ਪਦ ਜਿਹੜਾ ਹੈ ਰਹਾਉ ਦਾ ਪਦ ਹੈ। ਉਸ ਤੋਂ ਬਾਅਦ ਦੇ ਵਿੱਚ 2 ਪਦ ਆਉਂਦੇ ਨੇ ਜਿਹੜਾ ਹੈ 2 ਪਦਿਆਂ ਦੇ ਵਿੱਚ, ਤੇ ਜਿਹੜੇ 3 ਪਦ ਨੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈ 3 ਪਦ ਆਉਂਦੇ ਨੇ। ਤੇ ਇੱਕ ਇਹ ਵੀ ਹੈ ਕਿ ਸਾਰੇ ਦੇ ਸਾਰੇ ਜਿਹੜੇ ਪਦ ਨੇਗੇ ਉਹ 2-2 ਤੁਕਾਂ ਦੇ ਨੇ ਜਿਹੜਾ ਹੈ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ 1 ਤੁਕੇ ਵੀ ਹੈਗੇ ਨੇ, 2 ਤੁਕੇ ਵੀ ਹੈਗੇ ਨੇ, 3 ਤੁਕੇ ਵੀ ਹੈਗੇ ਨੇ। ਜਿਹੜੇ ਪਦ ਨੇ ਜਿਹੜਾ ਹੈ 3-3 4-4 ਚੌਤੁਕੇ ਵੀ ਹੈਗੇ ਨੇ, 4-4 ਤੁਕਾਂ ਦੇ ਵੀ ਨੇ ਜਿਹੜਾ ਹੈ। ਪਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਜਿਹੜਾ ਹੈ ਕੁਛ ਗਿਣਤੀ ਦੇ ਪਦਾਂ ਨੂੰ ਛੱਡ ਕੇ ਤੇ ਸਾਰੇ ਦੇ ਸਾਰੇ 2 ਤੁਕੇ ਨੇ ਜਿਹੜਾ ਹੈ। ਬੜੀ ਇਹ ਇੱਕ ਜਿਹੜੀ ਹੈ ਜਿਹੜੀ ਰਚਨਾਤਮਕ ਇੱਕ ਵਿਸ਼ੇਸ਼ਤਾ ਜਿਹੜਾ ਇਹਨਾਂ ਦੀ ਬਣਦੀ ਹੈ ਜਿਹੜਾ ਹੈ। ਤੇ ਇਹਦਾ ਇੱਕ ਮਹੱਤਵਪੂਰਨ ਪੱਖ ਇਹ ਵੀ ਹੈ ਸੰਗੀਤਕ ਵੀ ਹੈ, ਬੜੀ ਸੰਗੀਤਕ ਇੱਕ ਸੁਰਤਾ ਵੀ ਜਿਹੜੀ ਹੈ ਬਣੀ ਹੋਈ ਹੈ। ਜਿਹੜੀ ਇਹ ਰਚਨਾਤਮਕ ਇੱਕ ਸੁਰਤਾ ਕਰਕੇ ਜਿਹੜਾ ਹੈ ਸੰਗੀਤਕ ਇੱਕ ਸੁਰਤਾ ਜਿਹੜੀ ਹੈ ਸ਼ਬਦਾਂ ਤੇ ਸ਼ਲੋਕਾਂ ਦੇ ਵਿੱਚ ਬਣੀ ਰਹਿੰਦੀ ਹੈ ਜਿਹੜਾ ਹੈ। ਤੇ ਦੂਸਰੀ ਗੱਲ ਜਿਹੜੀ ਹੈ ਮੈਂ ਇੱਥੇ ਨਾਲ ਕਰ ਲੈਣਾ ਜਿਹੜੀ ਇਹਨਾਂ ਦੀ ਸ਼ਲੋਕਾਂ ਦੀ ਖਾਸ ਤੌਰ ਦੇ ਉੱਤੇ ਸੰਗੀਤਕ ਸੁਰ ਬਾਰੇ ਹੈ ਜਿਹੜਾ। ਹੁਣ ਜਿਹੜੀ ਸ਼ਲੋਕਾਂ ਦੀ ਸੰਗੀਤਕ ਸੁਰ ਹੈ ਉਹ ਸਨਾਤਨੀ ਸ਼ੈਲੀ ਦਾ ਅਨੁਸਰਨ ਹੈ। ਜਿਹੜੀ ਸਾਡੀ ਭਾਰਤੀ ਪਰੰਪਰਾ ਦੇ ਵਿੱਚ ਸੰਸਕ੍ਰਿਤ ਦੇ ਵਿੱਚ ਜਿਹੜੀ ਸ਼ਲੋਕਾਂ ਦੀ ਇੱਕ ਜਿਹੜੀ ਹੈ ਸੰਗੀਤਕ ਸੁਰ ਵਾਲੀ ਸ਼ੈਲੀ ਹੈ ਉਹਦਾ ਅਨੁਸਰਨ ਹੈ, ਉਹਦਾ ਅਨੁਕਰਨ ਨਹੀਂ ਹੈ, ਉਹਦੇ ਅਨੁਸਾਰ ਤਾਂ ਹੈ। ਤੇ ਲੇਕਿਨ ਅੱਗੇ ਜਿਹੜਾ ਦੂਸਰਾ ਪੱਖ ਇਹਦਾ ਇਹ ਹੈ ਕਿ ਸੰਸਕ੍ਰਿਤ ਸ਼ਲੋਕਾਂ ਦੀ ਸੰਰਚਨਾ ਅਤੇ ਸੰਗੀਤਕ ਸੁਰ ਦੇ ਪ੍ਰਮਾਣਿਕ ਸਰੂਪ ਨੂੰ ਗੁਰੂ ਤੇਗ ਬਹਾਦਰ ਜੀ ਨੇ ਜਿਹੜਾ ਹੈ ਨਵੀਨ ਭਾਸ਼ਾਈ ਰੂਪ ਪ੍ਰਦਾਨ ਕੀਤਾ। ਜਿਹੜਾ ਇਹ ਗੁਰੂ ਤੇਗ ਬਹਾਦਰ ਜੀ ਦੀ ਆਪਣੀ ਇੱਕ ਮੌਲਿਕਤਾ ਹੈ, ਇੱਕ ਵਿਸ਼ੇਸ਼ਤਾ ਹੈ। ਮੈਂ ਕਈ ਵਾਰ ਦੇਖਦਾ ਜਿਹੜਾ ਮੈਂ ਹਰਿਦੁਆਰ ਰਿਸ਼ੀਕੇਸ਼ ਜਾਂਦਾ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਤਾਂ ਸੰਸਕ੍ਰਿਤ ਦੇ ਸ਼ਲੋਕ ਜਿਹੜਾ ਹੈ ਉਸ ਤਰ੍ਹਾਂ ਨਹੀਂ ਉਚਾਰੇ ਜਾਂਦੇ ਜਿਹੜਾ ਹੈ। ਤੇ ਉੱਥੇ ਜਦੋਂ ਉਹ ਲੋਕ ਜਿਹੜਾ ਹੈ ਸੰਸਕ੍ਰਿਤ ਦੇ ਸ਼ਲੋਕਾਂ ਦਾ ਜਿਹੜਾ ਹੈ ਇੰਨਾ ਵਧੀਆ ਸੰਗੀਤਕ ਉਚਾਰਨ ਕਰਦੇ ਨੇ ਕਿ ਇੱਕ ਬਹੁਤ ਵਧੀਆ ਸੰਗੀਤਕ ਮਾਹੌਲ ਪੈਦਾ ਹੋ ਜਾਂਦਾ ਜਿਹੜਾ ਹੈ। ਤੇ ਇਹ ਚੀਜ਼ ਆਪਾਂ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕਾਂ ਨੂੰ ਪੜ੍ਹੇ ਜਾਂਦੇ ਨੇ ਤਾਂ ਆਪਾਂ ਉਸ ਵੇਲੇ ਵੀ ਦੇਖਦੇ ਹਾਂ ਜਿਹੜਾ ਕਿਸ ਤਰ੍ਹਾਂ ਦਾ ਇੱਕ ਜਿਹੜਾ ਹੈ ਵਾਤਾਵਰਨ ਬਣ ਜਾਂਦਾ ਹੈ, ਸੰਗੀਤਕ ਵਾਤਾਵਰਨ ਬਣ ਜਾਂਦਾ ਹੈ। ਤੇ ਉਹ ਸ਼ਲੋਕ
ਕਿੰਨੇ ਜਿਹੜਾ ਹੈ ਅੱਛੇ ਅਸੀਂ ਕਹਿ ਸਕਦੇ ਹਾਂ ਕਿ ਬੜੇ ਹੀ ਪ੍ਰਭਾਵਸ਼ਾਲੀ ਸੁਰ ਦੇ ਵਿੱਚ ਉਚਾਰੇ ਜਾਂਦੇ ਨੇ, ਬਸ਼ਰਤੇ ਕਿ ਜਿਹੜਾ ਉਚਾਰਨ ਵਾਲਾ ਹੈ ਤੇ ਉਹਨੂੰ ਜਿਹੜਾ ਹੈ ਉਹਦੀ ਯੁਕਤ ਬਾਰੇ ਥੋੜਾ ਜਿਹਾ ਸਮਝ ਹੋਵੇ। ਇਹ ਇੱਕ ਸ਼ਰਤ ਜ਼ਰੂਰ ਹੁੰਦੀ ਹੈ, ਕਿਉਂਕਿ ਹਰੇਕ ਵਿਅਕਤੀ ਜਿਹੜਾ ਹੈ ਉਹ ਸੰਗੀਤਕ ਸੁਰ ਨੂੰ ਪੈਦਾ ਵੀ ਨਹੀਂ ਕਰ ਸਕਦਾ ਹੈਗਾ, ਜਿਹੜੀ ਕਿ ਗੁਰੂ ਤੇਗ ਬਹਾਦਰ ਦੇ ਸ਼ਲੋਕਾਂ ਦੇ ਵਿੱਚ ਪਈ ਹੋਈ ਹੈ। ਗੁਰੂ ਤੇਗ ਬਹਾਦਰ ਦੇ ਸ਼ਲੋਕਾਂ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਦੇ ਸ਼ਲੋਕ ਆਉਂਦੇ ਨੇ, ਜਿਹੜਾ ਪਿਛਲੇ 5-7 ਸ਼ਲੋਕਾਂ ਨੂੰ ਛੱਡ ਦਈਏ ਜਿਹੜੇ ਬਿਲਕੁਲ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕਾਂ ਦੀ ਸੰਗੀਤਕ ਸੁਰ ਨਾਲ ਮਿਲਦੇ ਨੇ, ਬਾਕੀ ਦੇ ਸ਼ਲੋਕਾਂ ਦਾ ਜਿਹੜਾ ਸੰਗੀਤਕ ਸੁਰ ਹੈ ਜਿਹੜਾ ਉਹ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕਾਂ ਦੇ ਨਾਲ ਨਹੀਂ ਮਿਲਦਾ। ਉਸ ਤੋਂ ਪਹਿਲਾਂ ਬਾਕੀ ਗੁਰੂ ਸਾਹਿਬਾਨ ਦੇ ਨੇ ਜਿਹੜਾ ਹੈ ਉਹ ਨਹੀਂ ਮਿਲਦਾ ਹੈਗਾ। ਤੇ ਇਸ ਕਰਕੇ ਜਿਹੜਾ ਹੈ ਮੈਨੂੰ ਇਹ ਲੱਗਦਾ ਵੀ ਜਿਹੜਾ ਹੈ ਇਹ ਸੰਗੀਤਕ ਪੱਖੋਂ ਤੇ ਇੱਕ ਸ਼ੈਲੀਗਤ ਪੱਖੋਂ ਤੇ ਇੱਕ ਰਚਨਾਤਮਕ ਪੱਖੋਂ ਜਿਹੜਾ ਇਹ ਗੁਰੂ ਤੇਗ ਬਹਾਦਰ ਜੀ ਦੀ ਰਚਨਾ, ਵਿਸ਼ੇਸ਼ ਤੌਰ ਤੇ ਸ਼ਲੋਕ ਜਿਹੜਾ ਹੈ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਹੈ ਅਸੀਂ ਕਹਿ ਸਕਦੇ ਹਾਂ ਮੰਨੇ ਜਾਣੇ ਚਾਹੀਦੇ ਨੇਗੇ, ਤੇ ਇਹਨਾਂ ਦੇ ਕਲਾਤਮਕ ਮਹੱਤਵ ਨੂੰ ਜਿਹੜਾ ਹੋਰ ਡੀਪਲੀ ਦੇਖਿਆ ਜਾ ਸਕਦਾ ਹੈ। ਮੇਰੇ ਕੋਲ ਇਸ ਵੇਲੇ ਸਮਾਂ ਨਹੀਂ ਹੈਗਾ ਕਿਉਂਕਿ ਮੈਂ ਗੱਲ ਸੰਖੇਪ ਦੇ ਵਿੱਚ ਕਰਨੀ ਹੈ, ਪ੍ਰਧਾਨ ਜੀ ਨੂੰ ਵੀ ਜਿਹੜਾ ਹੈ ਵੱਧ ਸਮਾਂ ਦੇਣਾ ਜਿਹੜਾ ਹੈ, ਤੇ ਇਸ ਕਰਕੇ ਮੈਂ ਇਸ ਗੱਲ ਨੂੰ ਇੱਥੇ ਸਮੇਟਦਾ। ਦੂਸਰਾ ਨੁਕਤਾ ਜਿਹੜਾ ਹੈ ਉਹਨਾਂ ਦੀ ਭਾਸ਼ਾ ਦੀ ਚੋਣ ਅਤੇ ਭਾਸ਼ਾ ਦੀ ਘਾੜਤ ਦਾ। ਹੁਣ ਜਿਹੜੀ ਭਾਸ਼ਾ ਦੀ ਚੋਣ ਦੇ ਲਈ ਜਿਹੜਾ ਹੈ ਮੈਂ ਇੱਕ ਨੁਕਤਾ ਇੱਥੇ ਜਿਹੜਾ ਥੋੜਾ ਜਿਹਾ ਜ਼ਿਕਰ ਕੀਤਾ ਸੀ, ਜਿਹੜਾ ਹੈ ਕੱਲ ਡਾਕਟਰ ਢੀਂਗਰਾ ਜੀ ਉਹਨਾਂ ਨੇ ਇੱਕ ਨੁਕਤਾ ਬਣਦਾ ਹੈ ਉਹਨਾਂ ਦੀ ਜਿਹੜੀ ਸ਼ਬਦਾਵਲੀ ਦੀ ਚੋਣ ਬਾਰੇ, ਜਿਹੜਾ ਹੈ ਸ਼ਬਦਾਵਲੀ ਦੀ ਚੋਣ ਬਾਰੇ ਜਿਹੜਾ ਹੈ ਦੋ ਪੈਰਾਡਿਗਮ ਬਣਦੇ ਨੇ। ਇੱਕ ਪੈਰਾਡਿਗਮ ਬਣਦਾ ਜਿਹੜਾ ਹੈ ਪਰਮਾਰਥੀ ਜੀਵਨ ਦੇ ਵਿੱਚ ਜਿਹੜੀ ਸ਼ਬਦਾਵਲੀ ਪ੍ਰਵਾਨ ਹੈਗੀ ਉਹਦਾ, ਤੇ ਦੂਸਰਾ ਜਿਹੜਾ ਪੈਰਾਡਿਗਮ ਬਣਦਾ ਹੈ ਪਦਾਰਥਕ ਰੁਚੀਆਂ ਵਾਲੀ ਜਿਹੜੀ ਸਾਡੀ ਸ਼ਬਦਾਵਲੀ ਹੈ, ਜਿਹੜੀ ਸਾਡੀ ਮਨੋਵਿਰਤੀ ਹੈ ਉਹਦਾ। ਪਰ ਦੋਵਾਂ ਦੇ ਵਿੱਚ ਵਿਰੋਧ ਜਿਹੜਾ ਇੱਕ ਬਹੁਤ ਹੀ ਮਹੱਤਵਪੂਰਨ ਨੁਕਤਾ ਹੈ, ਜਿਹੜਾ ਕੱਲ ਆਪਣਾ ਡਾਕਟਰ ਸਿਕੰਦਰ ਨੇ ਜਿਹੜਾ ਹੈ ਇਸ ਗੱਲ ਨੂੰ ਥੋੜਾ ਜਿਹਾ ਇਸ ਤਰ੍ਹਾਂ ਕਿਹਾ ਸੀ ਕਿ ਵਿਰੋਧ ਨਜ਼ਰ ਨਹੀਂ ਆਉਂਦਾ ਹੈਗਾ, ਇਸ ਕਰਕੇ ਵਿਚਾਰਧਾਰਾ ਨਹੀਂ ਬਣਦੀ। ਤੇ ਪਰ ਮੈਂ ਕਹਿੰਦਾ ਵੀ ਜਿਹੜਾ ਇਹ ਨੁਕਤਾ ਹੈ ਨਾ, ਤੇ ਇਹ ਵਿਚਾਰਧਾਰਾ ਨੂੰ ਸਥਾਪਿਤ ਕਰਨ ਦੇ ਲਈ ਤੇ ਵਿਚਾਰਧਾਰਾ ਨੂੰ ਸਮਝਣ ਦੇ ਲਈ ਬਹੁਤ ਹੀ ਵਧੀਆ ਟੂਲ ਬਣ ਸਕਦਾ ਹੈ, ਤੇ ਜੇ ਅਸੀਂ ਇਹਦੀ ਪਛਾਣ ਕਰੀਏ। ਪਰ ਇਹ ਬਹੁਤ ਮਿਲ ਜਾਂਦੇ ਨੇ, ਮਣੀ ਜਿਹੜਾ ਥੋੜੀ ਬਾਣੀ ਦੇ ਵਿੱਚ ਵੀ ਗੁਰੂ ਤੇਗ ਬਹਾਦਰ ਜੀ ਦੇ ਵਿੱਚ ਬਹੁਤ ਸਾਰੀ ਸ਼ਬਦਾਵਲੀ ਜਿਹੜਾ ਇਸ ਤਰ੍ਹਾਂ ਦੀ ਮਿਲ ਜਾਂਦੀ ਹੈ। ਜਿਵੇਂ ਮੈਂ ਉਦਾਹਰਨ ਵਜੋਂ ਕੁਝ ਕਹਾਂ, ਜਿਹੜਾ ਪਰਮਾਰਥੀ ਜੀਵਨ ਦੇ ਵਿੱਚ ਜਿਹੜੀ ਪ੍ਰਵਾਨਗੀ ਵਾਲੀ ਸ਼ਬਦਾਵਲੀ ਹੈ, ਜਿਵੇਂ ਤਿਆਗ ਹੈ, ਸਮਦ੍ਰਿਸ਼ਟੀ ਹੈ, ਤੱਤ ਦੀ ਪਛਾਣ ਹੈ ਜਾਂ ਤੱਤ ਦੀ ਖੋਜ ਹੈ, ਨਿਰਲੇਪ ਹੈ, ਨਿਰਵਾਣ ਪਦ ਹੈ, ਗੁਰਮੁਖ, ਲਕਸ਼ ਹੈ, ਸ਼ਰਨਾਈ ਹੈ, ਸਾਧ, ਸੁਆਮੀ, ਮੁਕਤੀ, ਕਿੰਨੇ ਸ਼ਬਦ ਨੇ। ਹੁਣ ਜਿਹੜਾ ਹੈ ਕਿਉਂਕਿ ਮੇਰੇ ਕੋਲ ਇੰਨਾ ਸਮਾਂ ਨਹੀਂ, ਮੈਂ ਇਹਨੂੰ ਜਿਹੜਾ ਹੈ ਇੱਥੇ ਤੁਹਾਡੇ ਨਾਲ ਗੱਲ ਸਾਂਝੀ ਕਰਾਂ। ਤੇ ਦੂਸਰੇ ਪਾਸੇ ਜਿਵੇਂ ਦੁਰਮਤ ਹੈ, ਦੁਰਜਨ ਹੈ, ਮਨੋਕਾਮਨਾ ਹੈ, ਮਨ ਕਾ ਮਾਨ ਹੈ, ਕਾਮ, ਕ੍ਰੋਧ, ਮਿਥਿਆ, ਮਾਇਆ, ਇਸ ਤਰ੍ਹਾਂ ਹੀ ਮ੍ਰਿਗ ਤ੍ਰਿਸ਼ਨਾ, ਚੰਚਲ ਤ੍ਰਿਸ਼ਨਾ, ਮਮਤਾ, ਕੁਮਤ ਹੈ, ਬਾਵਰੇ ਹੈ ਜਾਂ ਗਵਾਰ ਹੈ, ਕਿੰਨੇ ਸ਼ਬਦ ਇਸ ਤਰ੍ਹਾਂ ਦੇ ਦੂਸਰੇ ਪਾਸੇ ਵੀ ਪਏ ਨੇ। ਜਦੋਂ ਇਹਨਾਂ ਨੂੰ ਦੋਜਨ ਨੂੰ ਜਿਹੜਾ ਹੈ ਅਸੀਂ ਟਾਕਰਾ ਕਰਕੇ ਦੇਖਦੇ ਹਾਂ ਤਾਂ ਗੁਰੂ ਸਾਹਿਬ ਜਿਹੜਾ ਹੈ ਉਸ ਜਿਹੜੀ ਪਦਾਰਥਕ ਰੁਚੀਆਂ ਵਾਲੀਆਂ ਜਿਹੜੀਆਂ ਬਿਰਤੀਆਂ ਨੇ ਤੇ ਉਹਨਾਂ ਦਾ ਨਿਸ਼ੇਧ ਕਰਦੇ ਨੇ, ਤੇ ਜਿਹੜੀਆਂ ਕਿ ਪਰਮਾਰਥੀ ਜੀਵਨ ਜਾਚ ਵਾਲੇ ਜਿਹੜੇ ਸਾਡੇ ਸੰਕਲਪ ਨੇ ਜਿਹੜਾ ਹੈ ਤੇ ਉਹਨਾਂ ਨੂੰ ਧਾਰਨ ਕਰਨ ਦੇ ਲਈ ਜਿਹੜਾ ਹੈ ਵਾਰ-ਵਾਰ ਜਿਹੜਾ ਹੈ ਸਾਨੂੰ ਜਿਹੜਾ ਹੈ ਇਸ ਗੱਲ ਦੇ ਲਈ ਪ੍ਰੇਰਦੇ ਨੇ। ਜਿਹੜਾ ਹੈ ਇਹ ਵਿਰੋਧ ਨੂੰ ਜਿਹੜਾ ਹੈ ਜ਼ਰੂਰ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਹੈ ਉਹਨਾਂ ਦੀ ਵਿਚਾਰਧਾਰਾ ਨੂੰ ਉਸਾਰਨਾ ਚਾਹੀਦਾ ਹੈ। ਇਹ ਮੈਨੂੰ ਲੱਗਦਾ ਹੈ ਸਿਰਜਣਾਤਮਕ ਪੱਖੋਂ ਜਿਹੜਾ ਹੈ ਇਹ ਵਿਰੋਧ ਜਿਹੜਾ ਹੈ ਉਹਨਾਂ ਦੀ ਵਿਚਾਰਧਾਰਾ ਨੂੰ ਉਸਾਰਨ ਦੇ ਲਈ ਤੇ ਸਮਝਣ ਦੇ ਲਈ ਬਹੁਤ ਹੀ ਵਧੀਆ ਨੁਕਤਾ ਬਣਦਾ ਹੈਗਾ। ਇਹਦੇ ਨਾਲ ਜਿਹੜਾ ਹੈ ਇੱਕ ਹੋਰ ਮੇਰੇ ਸਾਹਮਣੇ ਆਉਂਦਾ ਜਿਹੜਾ ਸ਼ਬਦਾਂ ਦੀ ਘਾਟ ਦਾ ਜਿਹੜਾ ਇੱਕ ਦੂਸਰਾ ਪੱਖ ਜਿਹੜਾ ਹੈ ਵਿਰੋਧਾਰਥੀ ਸ਼ਬਦਾਂ ਦੀ ਸੰਯੋਜਨਾ ਕਰਦੇ ਨੇ, ਜਿਹੜੇ ਕਿ ਸਾਡੇ ਕੋਲ ਜਿਵੇਂ ਪਏ ਨੇ ਕਿ ਜਿਵੇਂ ਸੁੱਖ ਦੁੱਖ ਹੈ, ਮਾਨ ਅਪਮਾਨ ਹੈ, ਹਰਖ ਸੋਗ ਹੈ, ਉਸਤਤ ਨਿੰਦਾ ਹੈ, ਇਸ ਤਰ੍ਹਾਂ ਜਿਹੜਾ ਸੁਰਗ ਨਰਕ ਹੈ, ਤੇ ਅੰਤਰ ਬਾਹਰ ਹੈ ਜਾਂ ਰਾਗ ਨਵੈਸ ਹੈ, ਕੰਚਨ ਲੋਹ ਹੈ, ਰਾਉ ਰੰਕ, ਪਤਿਤ ਪੁਨੀਤ ਹੈ, ਇਸ ਤਰ੍ਹਾਂ ਦੇ ਕਿੰਨੇ ਨੇ। ਜਿਹੜਾ ਤੇ ਇਹਨਾਂ ਦੇ ਤਿੰਨ ਪੱਖ ਜਿਹੜਾ ਹੈ ਮੇਰੇ ਸਾਹਮਣੇ ਆਉਂਦੇ ਨੇ। ਜਿਹੜਾ ਇੱਕ ਤਾਂ ਉਹ ਸ਼ਬਦ ਨੇ ਜਿਨ੍ਹਾਂ ਦੇ ਵਿੱਚ ਵਿਰੋਧਾਂ ਦਾ ਖਾਤਮਾ ਹੋ ਜਾਂਦਾ ਹੈ, ਵਿਰੋਧ ਜਿਹੜਾ ਹੈ ਉਹ ਨਹੀਂ ਰਹਿੰਦੇ ਹੈਗੇ। ਮਣੀ ਪਰਮਾਰਥ ਦੀ ਯੁਕਤ ਦੇ ਵਿੱਚ ਜਦੋਂ ਧਾਰਨ ਕਰਨੀ ਹੈ ਤਾਂ ਉਹ ਵਿਰੋਧ ਨਹੀਂ ਰਹਿੰਦੇ ਹੈਗੇ। ਜਿਵੇਂ ਸੁੱਖ ਦੁੱਖ ਦੇ ਵਿੱਚ ਵਿਰੋਧ ਖਤਮ ਹੋ ਜਾਂਦਾ ਹੈ, ਇਸ ਤਰ੍ਹਾਂ ਹੀ ਮਾਨ ਅਪਮਾਨ ਦੇ ਵਿੱਚ ਵਿਰੋਧ ਖਤਮ ਹੋ ਜਾਂਦਾ ਹੈ, ਇਸ ਤਰ੍ਹਾਂ ਹੀ ਹਰਖ ਸੋਗ ਦੇ ਵਿੱਚ ਵਿਰੋਧ ਖਤਮ ਹੋ ਜਾਂਦਾ ਹੈਗਾ, ਉਸਤਤ ਨਿੰਦਿਆ ਦੇ ਵਿੱਚ ਵੀ ਵਿਰੋਧ ਖਤਮ ਹੋ ਜਾਂਦਾ। ਜਿਹੜਾ ਹੈ ਕੋਈ ਵਿਰੋਧ ਉੱਥੇ ਨਹੀਂ ਰਹਿੰਦਾ ਹੈਗਾ। ਗਿਆਨੀ ਪੁਰਸ਼ ਦੇ ਲਈ ਜਿਹੜਾ ਹੈ ਦੋਨਾਂ ਦੀ ਕੋਈ ਹੋਂਦ ਨਹੀਂ ਹੈ। ਸੁਰਗ ਨਰਕ ਦੇ ਵਿੱਚ ਕੋਈ ਵਿਰੋਧ ਨਹੀਂ ਰਹਿੰਦਾ ਹੈਗਾ, ਜਿਹੜਾ ਹੈ ਦੋਵਾਂ ਤੋਂ ਨਿਆਰਾ ਹੈ ਕਿਉਂਕਿ ਜਿਹੜਾ ਗੁਰਮੁਖ ਹੈ। ਇਸੇ ਤਰ੍ਹਾਂ ਜਿਹੜਾ ਹੈ ਦੂਸਰੇ ਉਹ ਨੇ ਜਿਨ੍ਹਾਂ ਦੇ ਵਿੱਚ ਇੱਕ ਜਿਹੜਾ ਪਰਿਵਰਤਨ ਆਉਂਦਾ ਹੈ। ਮਣੀ ਪਦਾਰਥਕ ਰੁਚੀਆਂ ਵਾਲੇ ਪਾਸੇ ਤੋਂ ਜਿਹੜਾ ਹੈ ਦੂਸਰੇ ਪਾਸੇ ਪਰਮਾਰਥਕ ਜਿਹੜਾ ਜੀਵਨ ਜਾਂਚ ਵਾਲੀ ਜਿਹੜਾ ਹੈ ਰੁਚੀ ਜਿਹੜਾ ਹੈ ਉਹਦੇ ਵਿੱਚ ਪਰਿਵਰਤਿਤ ਹੁੰਦਾ ਹੈ। ਜਿਵੇਂ ਪਤਿਤ ਤੋਂ ਪਨੀਤ ਹੋ ਰਿਹਾ, ਤੇ ਇਸ ਤਰ੍ਹਾਂ ਜਿਹੜਾ ਹੈ
ਰੰਕ ਤੋਂ ਰੌ ਬਣ ਗਿਆ ਹੈ ਜਿਹੜਾ ਹੈ, ਇਹ ਉਲਟਾ ਹੋ ਜਾਂਦਾ ਹੈ। ਰੰਕ ਤੋਂ ਰੌ ਵਾਲੀ ਜਿਹੜੀ ਸਥਿਤੀ ਹੈ ਉਲਟਾ, ਇਹਨੂੰ ਮੈਂ ਤੀਜੇ ਨੰਬਰ ਤੇ ਰੱਖਾਂਗਾ। ਮੈਨੂੰ ਪਤਿਤ ਤੋਂ ਪਨੀਤ ਵਾਲਾ ਜਿਹੜਾ ਇੱਕ ਮੇਰੇ ਕੋਲ ਇਸ ਵੇਲੇ ਉਦਾਹਰਨ ਪਈ ਹੈ ਜਿਹੜਾ ਇਹ ਮੈਂ ਜਿਹੜਾ ਇੱਥੇ ਇਹਦੀ ਗੱਲ ਕਰ ਸਕਦਾ। ਇੱਕ ਦਿਸ਼ਾ ਉਲਟੀ ਹੋ ਜਾਂਦੀ ਹੈ, ਇੱਕ ਗਰੀਬ ਹੈ, ਇੱਕ ਅਮੀਰ ਹੈ, ਇੱਕ ਰਾਓ ਹੈ ਤੇ ਇੱਕ ਰੰਕ ਹੈ। ਮਣੀ ਇਹਨਾਂ ਦੀ ਦਿਸ਼ਾ ਜਿਹੜੀ ਹੈ ਉਲਟੀ ਹੋ ਸਕਦੀ ਹੈ ਦੋਵੇਂ ਜਿਹੜਾ ਹੈ। ਤੇ ਇਹ ਇਸ ਕਿਸਮ ਦੀ ਜਿਹੜੀ ਘਾਟ ਹੈ ਉਹ ਵੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਜਿਹੜੀ ਹੈ ਇੱਕ ਵੱਖਰੀ ਕਿਸਮ ਦੀ ਕਲਾਤਮਕ ਵਿਸ਼ੇਸ਼ਤਾ ਬਣਦੀ ਹੈ, ਜਿਹੜੀ ਉਹਨਾਂ ਦੇ ਵਿਚਾਰ ਪ੍ਰਬੰਧ ਨੂੰ ਸਮਝਣ ਦੇ ਲਈ ਸਾਨੂੰ ਬਹੁਤ ਹੀ ਸਹਾਇਤਾ ਪ੍ਰਦਾਨ ਕਰਦੀ ਹੈ। ਕਿਉਂਕਿ ਮੇਰੀ ਆਪਣੀ ਧਾਰਨਾ ਇਹ ਹੈ, ਮੇਰਾ ਆਪਣਾ ਵਿਚਾਰ ਇਹ ਹੈ, ਮੈਂ ਇਸ ਗੱਲ ਨੂੰ ਮੰਨਦਾ ਕਿ ਵਿਚਾਰਧਾਰਾ ਨੂੰ ਸਮਝਣ ਦੇ ਲਈ ਜਿਹੜਾ ਹੈ ਨਾ, ਜਾਂ ਵਿਚਾਰਧਾਰਾ ਦੀ ਸਥਾਪਤੀ ਦੇ ਲਈ ਜਿਹੜਾ ਹੈ ਹੀ ਕਲਾਤਮਕ ਵਿਸ਼ੇਸ਼ਤਾ ਬਣਦੀ ਉਦੋਂ ਹੈ ਜਦੋਂ ਉਹ ਭਾਸ਼ਾ ਜਿਹੜੀ ਹੈ ਵਿਚਾਰਧਾਰਾ ਦੇ ਨਾਲ ਜਿਹੜਾ ਸਾਡਾ ਰਿਸ਼ਤਾ ਕਾਇਮ ਕਰ ਦਿੰਦੀ ਹੈ ਜਿਹੜਾ। ਅਦਰਵਾਈਜ਼ ਕਲਾਤਮਕ ਵਿਸ਼ੇਸ਼ਤਾ ਜਿਹੜੀ ਹੈ ਆਪਣੇ ਆਪ ਦੇ ਵਿੱਚ ਕੋਈ ਸ਼ਬਦਾਂ ਦਾ ਸੰਯੋਜਨ ਨਹੀਂ ਹੈ। ਤੇ ਸ਼ਬਦਾਂ ਦਾ ਕਲਾਤਮਕ ਵਿਸ਼ੇਸ਼ਤਾ ਉਦੋਂ ਹੀ ਬਣਦੀ ਹੈ ਸ਼ਬਦਾਂ ਦੇ ਸੰਯੋਜਨ ਦੀ, ਜਦੋਂ ਉਹ ਵਿਚਾਰਧਾਰਾਈ ਪ੍ਰਬੰਧ ਨੂੰ ਜਿਹੜਾ ਹੈ ਸਾਡੇ ਸਾਹਮਣੇ ਜਿਹੜਾ ਹੈ ਬਿਲਕੁਲ ਸਾਖਸ਼ਾਤ ਕਰ ਦਿੰਦੇ ਨੇ ਜਿਹੜਾ। ਇੱਕ ਗੱਲ ਜਿਹੜੀ ਹੈ ਮੈਂ ਅੱਗੇ ਸ਼ਬਦ ਘਾਟ ਦੇ ਪ੍ਰਸੰਗ ਦੇ ਵਿੱਚ ਹੋਰ ਕਰਨੀ ਚਾਹਾਂਗਾ। ਦੋ ਸ਼ਬਦ ਮੈਂ ਤੁਹਾਡੇ ਸਾਹਮਣੇ ਰੱਖਦਾ। ਇੱਕ ਉਹ ਸ਼ਬਦ ਨੇ ਜਿਨ੍ਹਾਂ ਦੇ ਜਿਵੇਂ ਝੂਠੋ ਹੈ, ਝੂਠੋ, ਝੱਜੇ ਨੂੰ ਦਲੰਕੜ, ਠੱਠੇ ਨੂੰ ਹੋੜਾ, ਤੇ ਇਹਦਾ ਦੂਸਰਾ ਰੂਪ ਬਹੁਤ ਸਾਰੇ ਸ਼ਬਦ ਐਸੇ ਨੇ ਜਿਨ੍ਹਾਂ ਦੇ ਦੋ ਰੂਪ ਜਿਹੜਾ ਹੈ ਉਹ ਸੰਗੀਤਕ ਜਿਹੜਾ ਵਾਤਾਵਰਣ ਦੇ ਲਈ ਜਿਹੜਾ ਹੈ ਬਣਾਏ ਗਏ ਨੇਗੇ। ਇੱਕ ਝੂਠੋ ਹੈ ਤੇ ਇਹਦਾ ਦੂਸਰਾ ਰੂਪ ਹੈ ਹੋੜਾ ਕੱਟ ਗਿਆ, ਉਹਦੇ ਨੂੰ ਔਂਕੜ ਲੱਗ ਗਿਆ, ਝੂਠੋ। ਤੇ ਇਹ ਇਸ ਤਰ੍ਹਾਂ ਦੇ ਮੇਰੇ ਕੋਲ ਜਿਹੜਾ ਬਹੁਤ ਸਾਰੇ ਸ਼ਬਦ ਨੋਟ ਕੀਤੇ ਨੇ ਜਿਹੜਾ ਹੈ। ਇਸ ਤਰ੍ਹਾਂ ਆਪਾਂ ਸੂਦੋ ਦਾ ਸੂਦੋ ਬਣਾ ਸਕਦੇ ਹਾਂ ਜਿਹੜਾ ਹੈ, ਗੁਰੂ ਸਾਹਿਬ ਨੇ ਬਣਾਇਆ। ਇਸ ਤਰ੍ਹਾਂ ਕੀਨੋ ਦਾ ਕੀਨੋ ਬਣਾਇਆ, ਲੀਨੋ ਦਾ ਲੀਨੋ ਬਣਾਇਆ, ਤੁਹਾਰੋ ਦਾ ਤੁਹਾਰੋ। ਇਸ ਤਰ੍ਹਾਂ ਦੇ ਰੂਪ ਜਿਹੜੀ ਉਹਨਾਂ ਦੀ ਸ਼ਬਦ ਘਾਟ ਜਿਹੜੀ ਹੈ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਹੈ, ਤੇ ਜਿਹੜੀ ਕਿ ਸਿਰਫ ਸੰਗੀਤਕ ਮਹੱਤਤਾ ਵਾਲੀ ਹੈ ਜਿਹੜਾ। ਇਹਨੂੰ ਅਸੀਂ ਵਿਚਾਰਧਾਰਾ ਦੇ ਨਾਲ ਉਸ ਤਰ੍ਹਾਂ ਨਹੀਂ ਜੋੜ ਸਕਦੇ। ਇਹਦਾ ਸੰਗੀਤਕ ਪੱਖ ਜਿਹੜਾ ਬਹੁਤ ਹੀ ਮਹੱਤਵਪੂਰਨ ਹੈ। ਤੇ ਅਗਲੀ ਗੱਲ ਜਿਹੜੀ ਹੈ ਉਹਨਾਂ ਦੀ ਜਿਹੜੀ ਹੈ ਸ਼ੈਲੀਗਤ ਜਿਹੜੀ ਹੈ ਵਿਸ਼ੇਸ਼ਤਾ ਕੀ ਬਣਦੀ ਹੈ। ਇਹਦੇ ਵਿੱਚੋਂ ਮੈਂ ਇੱਕ ਪੱਖ ਦੇ ਬਾਰੇ ਜਿਹੜਾ ਹੈ ਉਹ ਵੀ ਸੰਖੇਪ ਦੇ ਵਿੱਚ ਗੱਲ ਕਰਾਂਗਾ, ਕਿਉਂਕਿ ਸਮਾਂ ਤਾਂ ਆਲਰੇਡੀ ਪਹਿਲਾਂ ਹੋ ਚੁੱਕਿਆ ਹੈਗਾ। ਮੈਂ ਸੰਬੋਧਨ ਨੂੰ ਲਵਾਂਗਾ ਜਿਹੜਾ ਹੈ, ਕਿਉਂਕਿ ਸੰਬੋਧਨ ਪ੍ਰਧਾਨ ਹੈ ਉਹਨਾਂ ਦੀ ਸ਼ੈਲੀ ਦੇ ਵਿੱਚ, ਤੇ ਉਹਨਾਂ ਦੀ ਰਚਨਾ ਦਾ ਜਿਹੜਾ ਹੈ ਅਸੀਂ ਕਹਿ ਸਕਦੇ ਹਾਂ ਕਿ ਕੇਂਦਰੀ ਕਲਾਤਮਕ ਨੁਕਤਾ ਹੈ ਕਿ ਜਿਹੜਾ ਸੰਬੋਧਨ ਬਣਦਾ ਹੈ ਸ਼ੈਲੀਗਤ। ਇਸ ਸੰਬੋਧਨ ਦੇ ਵਿੱਚ ਮੈਂ ਇੱਕ ਪੱਖ ਲੈਣਾ ਜਿਹੜਾ ਵੀ ਇੱਕ ਤਾਂ ਹੈ ਸੰਬੋਧਨ ਕਿੰਨਾ ਤੇ ਕਿੰਨੇ ਰੂਪਾਂ ਦੇ ਵਿੱਚ ਹੈ ਜਿਹੜਾ ਹੈ। ਤੇ ਮੈਂ ਸਿਰਫ ਉਹਨਾਂ ਦਾ ਸੰਬੋਧਨ ਜਿਹੜਾ ਇੱਕ ਉਦਾਹਰਨ ਲੈਣਾ, ਜਿਹੜੀ ਸਾਧੋ ਹੈ, ਸਾਧਾ ਨੂੰ ਜਿਹੜਾ ਸੰਬੋਧਨ ਹੈ, ਇਹਦੇ ਵਿੱਚ ਮੇਰੇ ਕੋਲ 5-7 ਉਦਾਹਰਨਾਂ ਮੇਰੇ ਸਾਹਮਣੇ ਪਈਆਂ ਨੇ। ਉਹ ਕਹਿੰਦੇ ਆ ਜਿਹੜਾ ਹੈ ਸਾਧੋ ਰਚਨਾ ਰਾਮ ਬਣਾਈ, ਸਾਧੋ ਰਚਨਾ ਰਾਮ ਬਣਾਈ, ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹਾਥ ਬਕਾਨਾ, ਸਾਧੋ ਕੌਣ ਜੁਗਤ ਅਬ ਕੀਜੈ, ਸਾਧੋ ਇਹੋ ਮਨ ਗਹਿਓ ਨਾ ਜਾਈ, ਸਾਧੋ ਮਨ ਕਾ ਮਾਨ ਤਿਆਗੋ, ਸਾਧੋ ਗੋਬਿੰਦ ਕੇ ਗੁਣ ਗਾਵੋ, ਸਾਧੋ ਰਾਮ ਸ਼ਰਨ ਵਿਸ਼ਰਾਮਾ। ਇਹਦੇ ਵਿੱਚ ਤਿੰਨ ਚੀਜ਼ਾਂ ਜਿਹੜੀਆਂ ਨੇ, ਤਿੰਨ ਗੱਲਾਂ ਜਿਹੜੀਆਂ ਨੇ ਸੰਬੋਧਨ ਦੇ ਵਿੱਚ ਆਉਂਦੀਆਂ ਨੇ, ਜਿਨ੍ਹਾਂ ਵੱਲ ਗੁਰੂ ਸਾਹਿਬ ਜਿਹੜਾ ਹੈ ਧਿਆਨ ਦਿਵਾ ਰਹੇ ਨੇਗੇ। ਹੁਣ ਸਾਧੋ ਸੰਬੋਧਨ ਮੈਂ ਇਸ ਕਰਕੇ ਵੀ ਚੁਣਿਆ ਵੀ ਸਾਧ ਜਿਹੜਾ ਹੈ ਉਹ ਸਾਧਨਾ ਦੇ ਵਿੱਚ ਲੱਗੇ ਹੋਏ ਉਹ ਲੋਕ ਨੇ ਜਿਹੜੇ ਉਸ ਵਿਚਾਰਧਾਰਾ ਦੇ ਵਿੱਚ ਪ੍ਰਵੇਸ਼ ਕਰ ਰਹੇ ਨੇ ਜਾਂ ਕਰ ਗਏ ਨੇ ਜਿਹੜਾ। ਤੇ ਇਸ ਕਰਕੇ ਜਿਹੜਾ ਉਹਨਾਂ ਉਸ ਪੱਖ ਦੇ ਵਿੱਚ ਜਾਂ ਉਸ ਸਥਿਤੀ ਦੇ ਵਿੱਚ ਜਿਹੜਾ ਹੈ ਇਹ ਸੰਬੋਧਨ ਜਿਹੜਾ ਹੈ ਜਾਂ ਇਸ ਸੰਬੋਧਨ ਦੀ ਜਿਹੜੀ ਹੈ ਕਲਾਤਮਕ ਵਿਸ਼ੇਸ਼ਤਾ ਵਧੇਰੇ ਉਭਰ ਕੇ ਸਾਹਮਣੇ ਆਉਂਦੀ ਹੈ। ਇੱਕ ਤਾਂ ਇਹ ਪਹਿਲੀ ਗੱਲ ਆਉਂਦੀ ਹੈ ਵੀ ਸਾਧੋ ਇਹ ਜਗ ਭਰਮ ਭੁਲਾਨਾ, ਸੰਸਾਰ ਦੀ ਜਿਹੜੀ ਹੈ ਭਰਮ ਵਾਲੀ ਸਥਿਤੀ, ਸੰਸਾਰ ਜਿਹੜਾ ਸਾਨੂੰ ਭਰਮ ਪੈਦਾ ਕਰਦਾ ਜਿਹੜਾ ਹੈ, ਕਿਉਂਕਿ ਭਰਮ ਜਾਂ ਭੁੱਲ ਵੀ ਬਹੁਤ ਵੱਡਾ ਜਿਹੜਾ ਹੈ ਇੱਕ ਅਸੀਂ ਕਹਿ ਸਕਦੇ ਬਹੁਤ ਹੀ ਮਹੱਤਵਪੂਰਨ ਸੰਕਲਪ ਹੈ ਗੁਰਮਤਿ ਦੇ ਵਿੱਚ। ਕਿਉਂਕਿ ਜੇ ਮੈਂ ਤਾਂ ਇੱਕ ਪ੍ਰਸੰਗ ਹੋਰ ਲਵਾਂ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਉਹਦਾ ਭਾਵੇਂ ਜਿਹੜਾ ਹੈ ਭੁੱਲਣਾ ਸਾਡਾ ਇੱਕ ਗੁਣ ਵੀ ਹੈ ਜਿਹੜਾ ਕਿ ਸਾਨੂੰ ਜੀਵਨ ਨੂੰ ਜਿਉਣ ਦੇ ਲਈ ਇੱਕ ਬਹੁਤ ਵੱਡੀ ਸਹਾਇਤਾ ਵੀ ਕਰਦਾ ਹੈ। ਪਰ ਲੇਕਿਨ ਜਿਹੜਾ ਭੁੱਲ ਦਾ ਪ੍ਰਸੰਗ ਇੱਥੇ ਹੈ, ਪਰਮਾਤਮਾ ਨੂੰ ਭੁੱਲ ਜਾਣਾ ਜਾਂ ਆਪਣੇ ਆਤਮਿਕ ਸਰੂਪ ਨੂੰ ਭੁੱਲ ਜਾਣਾ, ਜਿਹਦੀ ਯੋਗਰਾਜ ਉਹਦੀ ਗੱਲ ਕਰ ਰਹੇ ਸੀ ਵੀ ਆਪਣੇ ਆਪੇ ਨੂੰ ਜਿਹੜਾ ਹੈ ਆਪਣੇ ਅਸਤਿਤਵ ਨੂੰ ਭੁੱਲ ਜਾਣਾ ਜਿਹੜਾ ਹੈ, ਜਾਂ ਆਪਣੇ ਦਾਰਸ਼ਨਿਕ ਅਸਤਿਤਵ ਨੂੰ ਭੁੱਲ ਜਾਣਾ। ਤੇ ਉਹਨੂੰ ਭੁਲਾਉਣ ਵਾਲਾ ਕੌਣ ਹੈ ਜਿਹੜਾ, ਤੇ ਉਹ ਸੰਸਾਰ ਹੈ, ਜਗਤ ਹੈ ਜਿਹੜਾ। ਉੱਥੇ ਹੁਣ ਉਹ ਵਿਚਾਰ ਜਿਹੜੀ ਹੈ ਉਹਨਾਂ ਲੋਕਾਂ ਦੇ ਨਾਲ ਕਰ ਰਹੇ ਨੇ ਜਿਹੜੇ ਦਾਰਸ਼ਨਿਕ ਫੀਲਡ ਦੇ ਵਿੱਚ ਆ ਗਏ ਹੋਏ ਨੇ ਜਿਹੜਾ। ਫਿਰ ਜੁਗਤ ਕਿਹੜੀ ਕੀਤੀ ਜਾਵੇ, ਕਿਉਂਕਿ ਜਦੋਂ ਜੁਗਤ ਵੀ ਬਣਾਉਣੀ ਹੈ ਜਾਂ ਜੁਗਤ ਵੀ ਕਰਨੀ ਹੈ ਤਾਂ ਇਹ ਵਿਚਾਰ ਵੀ ਉਹਨਾਂ ਲੋਕਾਂ ਨਾਲ, ਇਹ ਸੰਬੋਧਨ ਵੀ ਉਹਨਾਂ ਲੋਕਾਂ ਨੂੰ ਹੋ ਸਕਦਾ ਜਿਹੜਾ ਹੈ। ਫਿਰ ਜੇ ਇਹ ਕਹਿਣਾ ਵੀ ਇਹ ਮਨ ਜਿਹੜਾ ਗਹਿਓ ਨਾ ਜਾਈ, ਭਾਵੇਂ ਮਨ ਜਿਹੜਾ ਹੈ ਇਹਦੀ ਸਮਝ ਨਹੀਂ ਆਉਂਦੀ ਹੈਗੀ, ਤੇ ਇਹ ਗੱਲ ਵੀ ਉਹਨਾਂ ਨਾਲ ਕੀਤੀ ਜਾ ਸਕਦੀ ਹੈ।
ਮੇਰਾ ਆਪਣਾ ਇੱਕ ਮੈਂ ਦੇਖਿਆ ਜਿਹੜਾ ਇੱਕ ਪ੍ਰਵਚਨ ਬਹੁਤ ਨੇੜਿਓਂ ਮੈਂ ਦੇਖਿਆ, ਸੁਣਿਆ, ਪੜ੍ਹਿਆ ਜਿਹੜਾ ਹੈ, ਇੱਕ ਸਾਧੂ ਮਹਾਂਪੁਰਖ ਜਿਹੜਾ ਉਹ ਕਹਿੰਦੇ ਨੇ ਵੀ ਅਸੀਂ ਹੈਰਾਨ ਹੁੰਨੇ ਆ ਵੀ ਸਾਡੇ ਅੰਦਰੋਂ ਜਦੋਂ ਕਦੇ ਖਿਆਲ ਉੱਠ ਪੈਂਦਾ ਤੇ ਸਾਨੂੰ ਪਤਾ ਵੀ ਨਹੀਂ ਹੁੰਦਾ ਵੀ ਇਹ ਕਿੱਥੋਂ ਉੱਠ ਪਿਆ, ਤੇ ਅਸੀਂ ਕਦੇ ਸੋਚੀ ਵੀ ਨਹੀਂ ਹੁੰਦੀ ਉਹ ਗੱਲ ਜਿਹੜੀ ਹੈ। ਮੇਰਾ ਮਤਲਬ ਜਿਹੜੀ ਗੱਲ ਗੁਰੂ ਸਾਹਿਬ ਕਹਿ ਰਹੇ ਨੇ ਵੀ ਮਨ ਦੀ ਗਹਿਰਾਈ ਦੇ ਵਿੱਚ ਜਿਹੜਾ ਹੈ ਪਤਾ ਨਹੀਂ ਕਿੱਥੇ ਤੱਕ ਖਿਆਲ ਸਾਡੇ ਅੰਦਰ ਕਿਵੇਂ ਕਿਸ ਰੂਪ ਦੇ ਵਿੱਚ ਪਏ ਨੇ, ਜਿਹੜਾ ਭਾਵ ਜਿਹੜਾ ਇਹਨੂੰ ਨਹੀਂ ਲੱਭਿਆ ਜਾ ਸਕਦਾ, ਮਨ ਨੂੰ ਨਹੀਂ ਖੋਜਿਆ ਜਾ ਸਕਦਾ ਜਿਹੜਾ ਹੈ। ਪਰ ਇਹ ਵੱਖਰੀ ਗੱਲ ਹੈ ਕਿ ਕਿਸੇ ਦਾ ਸਾਧੂ ਮਹਾਂਪੁਰਖ ਜਿਹੜਾ ਪਹੁੰਚਿਆ ਹੈ ਉਹ ਭਾਵੇਂ ਉੱਠਦੇ ਖਿਆਲ ਨੂੰ ਜਿਹੜਾ ਹੈ ਉਹ ਸਾਂਭ ਲੈਂਦਾ, ਜਿਹੜਾ ਹੈ ਉਹਨੂੰ ਅੱਗੇ ਜਿਹੜਾ ਹੈ ਵਧਣ ਫੁੱਲਣ ਨਹੀਂ ਦਿੰਦਾ, ਉਹਨੂੰ ਜਿਹੜਾ ਉੱਥੋਂ ਰੋਕ ਲੈਂਦਾ, ਉਹ ਇੱਕ ਵੱਖਰੀ ਸਥਿਤੀ ਹੈ ਜਿਹੜਾ। ਪਰ ਮੇਰਾ ਮਤਲਬ ਉਹ ਮਨ ਦੀ ਗਹਿਰਾਈ ਦੀ ਜਿਹੜੀ ਗੱਲ ਗੁਰੂ ਸਾਹਿਬ ਕਰ ਰਹੇ ਨੇ ਜਿਹੜਾ ਉਹ ਵੀ ਹੁਣ ਸਾਧਾਂ ਦੇ ਨਾਲ ਹੀ ਕੀਤੀ ਜਾ ਸਕਦੀ ਹੈ, ਉਹ ਸੰਬੋਧਨ ਵੀ ਉਹਨਾਂ ਨੂੰ ਹੀ ਕੀਤੀ ਜਾ ਸਕਦੀ ਹੈ। ਹੁਣ ਜੇ ਮਨ ਦਾ ਮਾਨ ਤਿਆਗਣਾ ਤਾਂ ਵੀ ਜਿਹੜਾ ਹੈ, ਜੇ ਤਿਆਗ ਦੇ ਵਿੱਚ ਜਾਣਾ, ਕਿਉਂਕਿ ਤਿਆਗ ਦੇ ਵਿੱਚ ਉਹੀ ਲੋਕ ਜਾ ਸਕਦੇ ਨੇ ਜਿਹੜੇ ਦਾਰਸ਼ਨਿਕ ਪ੍ਰਵਿਰਤੀ ਵਾਲੇ ਹੋਣਗੇ, ਜਿਹੜੇ ਦਾਰਸ਼ਨਿਕ ਸੁਭਾਅ ਵਾਲੇ ਹੋਣਗੇ ਜਿਹੜਾ ਹੈ। ਇਸਤਰੀ ਗੋਬਿੰਦ ਦੇ ਗੁਣ ਵੀ ਜਿਹੜਾ ਉਹੀ ਗਾ ਸਕਦੇ ਨੇ, ਤੇ ਰਾਮ ਦੀ ਸ਼ਰਨ ਦੇ ਵਿੱਚ ਜਾਂ ਪ੍ਰਭੂ ਦੀ ਸ਼ਰਨ ਦੇ ਵਿੱਚ ਜਾਣਾ ਤਾਂ ਵੀ ਉਹਨਾਂ ਨੂੰ ਜਾ ਸਕਣਾ ਜਿਹੜਾ ਹੈ। ਮੈਂ ਇੱਥੇ ਇਸ ਗੱਲ ਨੂੰ ਜਿਹੜਾ ਹੈ ਸਮਾਪਤ ਕਰਦਾ, ਅੱਗੇ ਨਹੀਂ ਇਸ ਗੱਲ ਦਾ। ਅਗਲੇ ਪਾਸੇ ਜਿਹੜਾ ਹੈ ਮੈਂ ਤਿੰਨ ਮੇਰੇ ਕੋਲ ਗੱਲਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਕਰਨੀਆਂ ਨੇ ਕਿ ਹੋਰ ਸੰਖੇਪ ਦੇ ਵਿੱਚ। ਇੱਕ ਤਾਂ ਮੈਂ ਜਿਹੜਾ ਹੈ ਪ੍ਰਤੀਕ 94 ਨੇ ਉਹਨਾਂ ਦੀ ਬਾਣੀ ਦੇ ਵਿੱਚ, ਮਣੀ ਅਦਰਵਾਈਜ਼ ਜੇ ਮੈਂ ਭਗਤ ਕਬੀਰ ਨਾਲ ਜਿਹੜਾ ਹੈ ਇਹਨਾਂ ਦਾ ਤੁਲਨਾ ਕਰਨੀ ਹੋਵੇ ਤਾਂ ਭਗਤ ਕਬੀਰ ਦੀ ਬਾਣੀ ਦੇ ਵਿੱਚ ਪ੍ਰਤੀਕ ਅਨੇਕਾਂ ਨੇ, ਮਣੀ ਅਣਗਿਣਤ ਨੇਗੇ, ਬਹੁਤ ਗਿਣਤੀ ਕਰਨਾ ਬਹੁਤ ਔਖਾ ਕੰਮ ਹੈ ਜਿਹੜਾ। ਤੇ ਲੇਕਿਨ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਜਿਹੜਾ ਹੈ ਮੈਂ 94 ਨੇ, ਬਹੁਤ ਘੱਟ ਗਿਣਤੀ ਵਿੱਚ ਨੇਗੇ, ਪਰ ਉਹ ਦਾਰਸ਼ਨਿਕ ਪੱਖੋਂ ਬਹੁਤ ਮਹੱਤਵਪੂਰਨ ਨੇ, ਵਿਚਾਰਧਾਰਾ ਦੇ ਪੱਖ ਤੋਂ ਬੜੇ ਮਹੱਤਵਪੂਰਨ ਨੇ। ਹੁਣ ਜਿਵੇਂ ਇੱਕ ਜਿਹੜਾ ਹੈ ਮ੍ਰਿਗ ਤ੍ਰਿਸ਼ਨਾ ਦਾ ਪ੍ਰਤੀਕ ਪਿਆ ਹੈ, 2 ਵਾਰੀ ਗੁਰੂ ਸਾਹਿਬ ਦੀ ਉਹਦੇ ਵਿੱਚ ਬਾਣੀ ਦੇ ਵਿੱਚ ਆਉਂਦਾ, ਊਤ ਮੀਤ ਮਾਇਆ ਮਮਤਾ ਸਿਓ ਇਹ ਵਿਦ ਆਪ ਬੰਧਾਵੈ, ਮ੍ਰਿਗ ਤ੍ਰਿਸ਼ਨਾ ਜੋ ਝੂਠੋ ਇਹ ਜਗ ਦੇਖ ਤਾਸ ਉੱਠ ਧਾਵੈ। ਜਿਵੇਂ ਮ੍ਰਿਗ ਮਣੀ ਬਿਲਕੁਲ ਆਪਾਂ ਦੇਖ ਸਕਦੇ ਹਾਂ। ਤੇ ਮ੍ਰਿਗ ਤ੍ਰਿਸ਼ਨਾ ਜੋ ਜਗ ਰਚਨਾ ਜੈ ਦੇਖੋ ਹਿਰਦੈ ਵਿਚਾਰ, ਮਣੀ ਇਹ 2 ਚੀਜ਼ਾਂ ਨੇ, ਇੱਕ ਪ੍ਰਤੀਕ ਵੀ ਬਣਦਾ ਇਹਦੇ ਵਿੱਚ ਮ੍ਰਿਗ ਤ੍ਰਿਸ਼ਨਾ ਜਿਹੜਾ ਹੈ, ਤੇ ਪੂਰੇ ਦਾ ਪੂਰਾ ਜਿਹੜਾ ਹੈ ਇੱਕ ਸਾਡੇ ਸਾਹਮਣੇ ਦ੍ਰਿਸ਼ਟਾਂਤ ਅਲੰਕਾਰ ਵੀ ਬਣਦਾ ਹੈ। ਇਹ ਸਿਮਟਰੀ ਜਿਹੜਾ ਹੈ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਵਿੱਚ ਕਾਫੀ ਹੈ ਜਿਹੜਾ ਹੈ ਇਸ ਤਰ੍ਹਾਂ ਦੀ ਮਿਲਦੀ ਹੈ ਵੀ ਇੱਕੋ ਹੀ ਰਚਨਾ ਦੇ ਵਿੱਚ ਮਣੀ ਇੱਕੋ ਹੀ ਜਿਹੜਾ ਹੈ ਕਾਵਕ ਅਸੀਂ ਕਹਿ ਸਕਦੇ ਟੁਕੜੀ ਦੇ ਵਿੱਚ ਜਿਹੜਾ ਹੈ ਪ੍ਰਤੀਕ ਅਲੰਕਾਰ ਤੇ ਕਈ ਵਾਰ ਜਿਹੜਾ ਹੈ ਬਿੰਬ ਵੀ ਜਿਹੜਾ ਹੈ ਉਸ ਤਰ੍ਹਾਂ ਦਾ ਸਾਡੇ ਸਾਹਮਣੇ ਪਿਆ ਹੁੰਦਾ ਹੈ। ਇਸ ਤਰ੍ਹਾਂ ਬਾਣੀ ਦੇ ਲਈ ਗੁਰੂ ਸਾਹਿਬ ਨੇ ਜਿਹੜਾ ਹੈ ਪ੍ਰਭ ਕੇ ਗੀਤ ਵਰਤਿਆ ਜਿਹੜਾ ਹੈ, ਮਨ ਮੂਰਖ ਅਜੋ ਨਾ ਸਮਝਤ ਸਿੱਖਦਾ ਹਾਰਿਓ ਨੀਤ, ਨਾਨਕ ਭੋਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ। ਪ੍ਰਭੂ ਦੇ ਗੀਤ ਜਿਹੜਾ ਹੈ ਬਾਣੀ ਦੇ ਲਈ ਵਰਤਿਆ ਜਿਹੜਾ ਹੈ, ਜਿਹੜੀ ਧੁਰਕੀ ਬਾਣੀ ਹੈ ਜਿਹੜਾ ਗੁਰੂ ਸਾਹਿਬ ਨੇ ਉਹਦੇ ਲਈ ਆਪਣਾ ਨਵਾਂ, ਮੈਨੂੰ ਕਿਤੇ ਪੂਰੀ ਗੁਰਬਾਣੀ ਦੇ ਵਿੱਚ ਨਹੀਂ ਮਿਲਿਆ ਜਿਹੜਾ ਹੈ, ਤੇ ਬਲਕਿ ਗੀਤ ਕਰਕੇ ਕਈ ਥਾਵਾਂ ਤੇ ਨਿਸ਼ੇਧ ਵੀ ਆਉਂਦਾ। ਭਗਤ ਕਬੀਰ ਕਹਿੰਦੇ ਨੇ ਲੋਕ ਜਾਣਾ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਮਣੀ ਉਹ ਗੀਤ ਮਾਤਰ ਨਹੀਂ ਹੈਗਾ, ਕਹਿੰਦੇ ਇਹ ਤੇ ਬ੍ਰਹਮ ਦੀ ਵਿਚਾਰ ਹੈ। ਪਰ ਗੁਰੂ ਸਾਹਿਬ ਨੂੰ ਜਿਹੜਾ ਹੈ ਕਿਸ ਤਰ੍ਹਾਂ ਇੱਕ ਇੰਨਾ ਸੁਹਜਾਤਮਕ ਰੂਪ ਦੇ ਦਿੰਦੇ ਨੇ ਜਿਹੜਾ ਹੈ ਵੀ ਉਹਦਾ ਗੀਤ ਵਾਲਾ ਪੱਖ ਤਾਂ ਉਹਨੂੰ ਜਿਹੜਾ ਸੰਗੀਤਕਤਾ ਕਰਕੇ ਕਿਹਾ, ਜਾਂ ਉਹਦੇ ਜਿਹੜਾ ਹੈ ਲੋਕ ਪੱਖੀ ਹੋਣ ਕਰਕੇ ਕਹਿਤਾ, ਪ੍ਰਭ ਕੇ ਗੀਤ ਕਹਿ ਕੇ ਜਿਹੜਾ ਹੈ ਉਹਨੂੰ ਗੁਰੂ ਸਾਹਿਬ ਨੇ ਜਿਹੜਾ ਹੈ ਇੱਕ ਨਵਾਂ ਰੂਪ ਦੇ ਦਿੱਤਾ, ਜਿਹੜਾ ਹੈ ਬਾਣੀ ਦੇ ਲਈ ਇੱਕ ਵੱਖਰਾ ਪ੍ਰਤੀਕ ਵਰਤ ਲਿਆ। ਇਸ ਤਰ੍ਹਾਂ ਮਾਇਆ ਦਾ ਪ੍ਰਤੀਕ ਜਿਹੜਾ ਹੈ ਉਹ ਲਗਭਗ ਸਾਰੀ ਗੁਰਬਾਣੀ ਦੇ ਵਿੱਚ ਮਿਲਦਾ। ਜੰਗਲ ਦਾ ਉਦਿਆਨ ਸ਼ਬਦ ਵਰਤਿਆ ਜਿਹੜਾ ਜੰਗਲ ਵੀ ਜਿਹੜਾ ਹੈ ਪ੍ਰਤੀਕ ਰੂਪ ਦੇ ਵਿੱਚ ਆਇਆ, ਜਿਹੜਾ ਸੰਸਾਰ ਦੇ ਲਈ ਵਰਤਿਆ ਗਿਆ, ਜਿਹੜਾ ਜਿਵੇਂ ਜੰਗਲ ਦੇ ਵਿੱਚ ਕੁਝ ਨਹੀਂ ਲੱਭਦਾ ਤੇ ਉਸ ਤਰ੍ਹਾਂ ਜਿਹੜਾ ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹਿ ਨਿਆਰਾ। ਇਸ ਤਰ੍ਹਾਂ ਘੱਟ ਹੀ ਮਾਹੇ ਨਿਰੰਜਨ ਤੇਰਾ ਤੈ ਖੋਜਤ ਉਦਿਆਨਾ। ਹੁਣ ਉਦਿਆਨਾ ਜਿਹੜਾ ਹੈ ਵੀ ਨਿਰੰਜਨ ਜਿਹੜਾ ਉਹ ਪ੍ਰਮਾਤਮਾ ਜਾਂ ਪ੍ਰਭੂ ਹੈ ਉਹ ਅੰਦਰ ਹੀ ਹੈ, ਲੇਕਿਨ ਵਿਅਕਤੀ ਖੋਜਦਾ ਕੀ ਹੈ ਉਹ ਆਪਾਂ ਸਾਰੇ ਜਾਣਦੇ ਕਿ ਵਿਅਕਤੀ ਖੋਜਦਾ ਜਿਹੜਾ ਉਦਿਆਨਾ ਭਾਵ ਜਿਹੜਾ ਜੰਗਲ ਤੇ ਸੰਸਾਰ ਦਾ ਪ੍ਰਤੀਕ ਹੈਗਾ। ਇਸ ਤਰ੍ਹਾਂ ਅਧਮਾਈ ਇੱਕ ਬਹੁਤ ਸੋਹਣਾ ਪ੍ਰਤੀਕ ਉਹਨਾਂ ਨੇ ਵਰਤਿਆ, ਦੇਖਿਆ ਸਖਤ ਰਹਿਓ ਨਿਸਵਾਸਰ ਨਹਿ ਛੂਟੀ ਅਧਮਾਈ, ਜਿਹੜਾ ਹੈ ਮਣੀ ਅਦਮਤ ਜਿਹੜੀ ਹੈ ਦੁਰਮਤ ਦੇ ਲਈ ਜਿਹੜਾ ਇੱਕ ਆਪਣਾ ਵੱਖਰਾ ਪ੍ਰਤੀਕ ਉਹ ਵਰਤਿਆ ਹੈਗਾ। ਹੁਣ ਜੇ ਮੈਂ ਅਲੰਕਾਰਾਂ ਦੇ ਬਾਰੇ ਗੱਲ ਕਰਨੀ ਹੋਵੇ ਤਾਂ ਅਲੰਕਾਰ ਦੇ ਵਿੱਚੋਂ ਸਭ ਤੋਂ ਵੱਧ ਗੁਰੂ ਸਾਹਿਬ ਨੇ ਜਿਹੜਾ ਹੈ ਦ੍ਰਿਸ਼ਟਾਂਤ ਅਲੰਕਾਰ ਵਰਤਿਆ, ਮਣੀ ਜੇ ਸਭ ਤੋਂ ਵੱਧ ਉਹਨਾਂ ਦੀ ਬਾਣੀ ਦੇ ਵਿੱਚ ਮਿਲਦਾ, ਬਹੁਤ ਜ਼ਿਆਦਾ ਦ੍ਰਿਸ਼ਟਾਂਤ ਦਿੱਤੇ ਨੇ, ਜਿਹੜਾ 2ਵੇਂ ਕਿਸਮ ਦੇ ਦ੍ਰਿਸ਼ਟਾਂਤ ਨੇ ਜਿਹੜਾ, ਤੇ ਇੱਕ ਜਿਹੜੀਆਂ ਸਾਡੀਆਂ ਪਦਾਰਥਕ ਰੁਚੀਆਂ ਵਾਲੇ ਜੀਵਨ ਦੇ ਜਿਹੜੇ ਦ੍ਰਿਸ਼ਟਾਂਤ ਨੇ ਉਹ ਵੀ ਬਹੁਤ ਦਿੱਤੇ ਨੇਗੇ, ਤੇ ਇਸ ਤਰ੍ਹਾਂ ਜਿਹੜੇ ਸਾਡੇ ਪਰਮਾਰਥੀ ਜੀਵਨ ਵਾਲੇ ਜਿਹੜੇ ਦ੍ਰਿਸ਼ਟਾਂਤ ਨੇ ਉਹ ਵੀ ਬਹੁਤ ਦਿੱਤੇ ਨੇ ਜਿਹੜਾ ਹੈ। ਤੇ ਜਿਵੇਂ ਦੁਆਰਾ ਦੁਆਰ ਸਿਆਉਣ ਜੋ ਡੋਲਤ ਨਹਿ ਸੁਧ ਰਾਮ ਭਜਨ ਕੀ, ਕੁੱਤੇ ਦਾ ਦ੍ਰਿਸ਼ਟਾਂਤ ਬਹੁਤ ਆਉਂਦਾ ਜਿਹੜਾ ਉਹਨਾਂ ਦੀ ਬਾਣੀ ਦੇ ਵਿੱਚ, ਮਣੀ ਕੁੱਤੇ ਦੀ ਪੂਛ ਦਾ ਦ੍ਰਿਸ਼ਟਾਂਤ ਹੀ ਜਿਹੜਾ ਹੈ 2-3 ਵਾਰੀ ਹੁੰਦਾ ਵੀ ਕੁੱਤੇ ਦੀ ਪੂਛ ਵਾਂਗ ਸਿੱਧਾ ਨਹੀਂ ਹੁੰਦਾ ਜਿਹੜਾ ਜਿਹੜੀ ਗੱਲ ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਹੈ। ਤੇ ਇਸ ਤਰ੍ਹਾਂ ਮਣੀ ਕੁੱਤੇ ਦੇ ਨਾਲ ਜਿਹੜਾ ਹੈ ਸਵਾਨ ਦਾ ਪ੍ਰਸੰਗ ਕਈ ਥਾਵਾਂ ਦੇ ਉੱਤੇ ਆਉਂਦਾ, ਕੁੱਤੇ ਦੀ ਪੂਛ ਵਾਲਾ ਪ੍ਰਸੰਗ ਕਈ ਥਾਵਾਂ ਦੇ ਉੱਤੇ ਆਉਂਦਾ, ਜਾਂ ਕੁੱਤੇ ਵਾਂਗ ਜਿਹੜਾ ਹੈ ਭਟਕਦੇ ਫਿਰਨਾ ਜਾਂ ਭੌਂਕਦੇ ਫਿਰਨਾ ਉਸ ਤਰ੍ਹਾਂ ਦਾ ਪ੍ਰਸੰਗ ਕਈ ਵਾਰੀ ਆਉਂਦਾ ਜਿਹੜਾ। ਤੇ ਮਣੀ ਭਾਵ ਕੀ ਹੈ ਵੀ ਜਿਹੜਾ ਉਹ ਦ੍ਰਿਸ਼ਟਾਂਤ ਬਹੁਤ ਦਿੰਦੇ ਨੇ ਜਿਹੜਾ, ਹਾਲਾਂਕਿ ਇਹ ਵੀ ਹੈ
ਵੀ ਸਵਾਨ ਦੇ ਜਿਹੜੇ ਕੁੱਤੇ ਦੇ ਜਿਹੜੇ ਗੁਣ ਨੇ ਜਿਹੜਾ ਹੈ ਉਹਨਾਂ ਨੂੰ ਪਰਮਾਰਥੀ ਜੀਵਨ ਵਾਲੇ ਪਾਸੇ ਵੀ ਲਾਉਂਦੇ ਨੇ। ਇਹ ਗੱਲ ਵੀ ਹੈ ਜਿਹੜਾ ਹੈ ਸੁਆਮੀ ਕੋ ਗ੍ਰਹਿ ਜਿਉ ਸਦਾ ਸੁਆਮ ਤਜਤ ਨਹੀਂ ਨਿਤ, ਉਹ ਗੱਲ ਵੀ ਗੁਰੂ ਸਾਹਿਬ ਕਰਦੇ ਨੇ ਜਿਹੜਾ ਹੈ। ਇਸ ਤਰ੍ਹਾਂ ਹੀ ਦੂਸਰੇ ਵਾਲੇ ਪਾਸੇ ਨੇ ਜਿਹੜਾ ਹੈ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ, ਪਰਮਾਤਮਾ ਦੇ ਨਾਲ ਏਕਤਾ ਜਾਂ ਇੱਕ ਸੁਰਤਾ ਵਾਲਾ ਜਾਂ ਪੂਰਾ ਜਿਹੜਾ ਸੰਪੂਰਨ ਮੇਲ ਵਾਲਾ ਹੈ ਜਿਹੜਾ ਉਹ ਪ੍ਰਸੰਗ ਵੀ ਜਿਹੜਾ ਹੈ ਦ੍ਰਿਸ਼ਟਾਂਤ ਦੇ ਕੇ ਪਾਣੀ ਦਾ ਦ੍ਰਿਸ਼ਟਾਂਤ ਦੇ ਦਿੱਤਾ ਜਿਹੜਾ ਹੈ। ਤੇ ਨਾਲ ਜਿਹੜਾ ਹੈ ਸਿਮਰਨ ਵਾਲਾ ਦ੍ਰਿਸ਼ਟਾਂਤ ਦੇ ਦਿੱਤਾ, ਕਹੋ ਨਾਨਕ ਹਰ ਭਜਮਨਾ ਜੇ ਵਿਦ ਜਲ ਕੋ ਮੀਨ, ਵੀ ਜਿਵੇਂ ਮੱਛੀ ਪਾਣੀ ਨੂੰ ਨਹੀਂ ਛੱਡ ਸਕਦੀ ਉਸ ਤਰ੍ਹਾਂ ਸਿਮਰਨ ਨੂੰ ਨਾ ਛੱਡ, ਜਿਹੜਾ ਇਸ ਤਰ੍ਹਾਂ ਦਾ ਦ੍ਰਿਸ਼ਟਾਂਤ ਦਿੰਦੇ ਨੇ ਜਿਹੜਾ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਨੇ ਜਿਹੜਾ ਤੇ ਜਿਹੜੇ ਦ੍ਰਿਸ਼ਟਾਂਤ ਸਾਨੂੰ ਇਸ ਤਰ੍ਹਾਂ ਮਿਲ ਜਾਂਦੇ ਨੇ। ਮਿੱਥਿਆ ਸੰਸਾਰ ਨੂੰ ਕਹਿ ਕੇ ਜਿਹੜਾ ਹੈ ਤੇ ਉਹਦੀ ਜਿਹੜੀ ਹੈ ਨਾਸ਼ਵਾਨਤਾ ਵੱਲ ਗੁਰੂ ਸਾਹਿਬ ਗੱਲ ਕਰਦੇ ਨੇ। ਜਗਤ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ, ਕਹਿ ਨਾਨਕ ਸਿਰ ਨਾਰ ਹੈ ਜਿਉ ਬਾਲੂ ਕੀ ਪੀਤ। ਹੁਣ ਰੇਤ ਦੀ ਕੰਧ ਜਿਹੜਾ ਹੈ ਮਣੀ ਬਿਲਕੁਲ ਲੋਕ ਜੀਵਨ ਦੇ ਵਿੱਚੋਂ ਜਿਹੜਾ ਸਾਡੇ ਕੋਲੋਂ ਜਿਹੜਾ ਆਪਾਂ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਦਾ ਜਿਹੜਾ ਉਹ ਦ੍ਰਿਸ਼ਟਾਂਤ ਲੈਂਦੇ ਨੇ ਜਿਹੜਾ। ਅਗਲਾ ਜਿਹੜਾ ਇੱਕ ਮੈਂ ਹੋਰ ਕਲਾਤਮਕ ਗੁਣ ਜਿਹੜਾ ਉਹਨਾਂ ਦੀ ਭਾਸ਼ਾ ਦਾ ਜਿਹੜਾ ਦੇਖਣਾ ਚਾਹਾਂਗਾ, ਉਹ ਮੁਹਾਵਰਿਆਂ ਦੇ ਰੂਪ ਦੇ ਵਿੱਚ ਹੈ ਜਿਹੜਾ। ਬਹੁਤ ਮੁਹਾਵਰਿਆਂ ਦੀ ਵਰਤੋਂ ਕਰਦੇ ਆ ਗੁਰੂ ਸਾਹਿਬ ਜਿਹੜਾ ਹੈ, ਬਹੁਤ ਜ਼ਿਆਦਾ ਵਰਤੋਂ ਹੈ ਮੁਹਾਵਰੇ ਦੀ। ਤੇ ਮੈਨੂੰ ਲੱਗਦਾ ਵੀ ਜੇ ਸਭ ਤੋਂ ਪਹਿਲੇ ਜਿਹੜੇ ਸਾਡੇ ਬਾਣੀਕਾਰ ਬਾਬਾ ਫਰੀਦ ਨੇ ਜਿਹੜਾ ਹੈ ਤੇ ਉਹਨਾਂ ਦੀ ਬਾਣੀ ਦੇ ਵਿੱਚ ਮੁਹਾਵਰੇ ਦੀ ਵਰਤੋਂ ਬਹੁਤ ਜ਼ਿਆਦਾ ਹੈ ਤੇ ਬਹੁਤ ਹੀ ਕਮਾਲ ਦੀ ਹੈ। ਕਈ ਵਾਰ ਮੁਸ਼ਕਲ ਹੋ ਜਾਂਦਾ ਹੈ ਇਹ ਦੇਖਣਾ ਕਿ ਵੀ ਇਹ ਮੁਹਾਵਰਾ ਹੋਊਗਾ, ਕਿਉਂਕਿ ਮੁਹਾਵਰੇ ਦੇ ਵਿੱਚ ਆਮ ਤੌਰ ਦੇ ਉੱਤੇ ਦੋ ਸ਼ਬਦ ਤਾਂ ਹੁੰਦੇ ਨੇ ਘੱਟ ਤੋਂ ਘੱਟ ਜਿਹੜਾ ਹੈ, ਤੇ ਇੱਕ ਸ਼ਬਦ ਜਿਹੜਾ ਹੈ ਪਹਿਲੀ ਪੰਕਤੀ ਦੇ ਵਿੱਚ ਪਿਆ ਹੁੰਦਾ, ਕਈ ਵਾਰ ਦੂਸਰਾ ਸ਼ਬਦ ਦੂਸਰੀ ਪੰਕਤੀ ਦੇ ਵਿੱਚ ਪਿਆ ਹੁੰਦਾ ਜਿਹੜਾ। ਇਸ ਤਰ੍ਹਾਂ ਦੀ ਬਾਬਾ ਫਰੀਦ ਦੀ ਬਾਣੀ ਦੇ ਵਿੱਚ ਬੜਾ ਇੱਕ ਦੂਰ ਦੂਰ ਦਾ ਜਿਹੜਾ ਇਸ ਤਰ੍ਹਾਂ ਦਾ ਪ੍ਰਸੰਗ ਹੈ। ਤੇ ਇਸ ਤਰ੍ਹਾਂ ਇਹਨਾਂ ਦੀ ਗੁਰੂ ਸਾਹਿਬ ਦੀ, ਗੁਰੂ ਤੇਗ ਬਹਾਦਰ ਦੀ ਬਾਣੀ ਦੇ ਵਿੱਚ ਜਿਹੜਾ ਹੈ, ਜੇ ਮੈਂ ਮੁਹਾਵਰੇ ਦੇਖਾਂ ਇਹ ਵੀ ਦੋਨੇ ਤਰ੍ਹਾਂ ਦੇ ਆਉਂਦੇ ਨੇ ਜਿਹੜਾ। ਇੱਕੋ ਹੀ ਮੁਹਾਵਰੇ ਦੇ ਕਈ ਪੱਖ ਵੀ ਜਿਹੜਾ ਗੁਰੂ ਸਾਹਿਬ ਦੀ ਬਾਣੀ ਆਏ ਨੇ, ਜਿਵੇਂ ਸੰਗ ਹੋਣਾ, ਸੰਗ ਛੱਡਣਾ ਤੇ ਸੰਗ ਨਾ ਹੋਣਾ। ਮਣੀ ਇੱਕ ਸਾਥ ਦੇਣਾ, ਇੱਕ ਸਾਥ ਰਹਿਣਾ ਤੇ ਇੱਕ ਸਾਥ ਛੱਡ ਜਾਣਾ ਜਿਹੜਾ ਹੈ। ਇਹ ਮੁਹਾਵਰਾ ਮੈਂ ਇਹਦੇ ਤਿੰਨ ਆ ਨੇ। ਇੱਕ ਸਗਲ ਜਗਤ ਆਪਣੇ ਸੁਖ ਲਾਗਿਓ ਦੁੱਖ ਮੈਂ ਸੰਗ ਨਾ ਹੋਈ, ਵੀ ਸੰਸਾਰ ਜਿਹੜਾ ਹੈ ਪਰ ਇਹ ਮੁਹਾਵਰਾ ਜਿਹੜਾ ਹੈ ਉਹਨਾਂ ਦੀ ਵਿਚਾਰਧਾਰਾ ਨੂੰ ਜਿਹੜਾ ਹੈ ਸਥਾਪਿਤ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਰਿਹਾ ਹੈਗਾ। ਇਸ ਤਰ੍ਹਾਂ ਹੀ ਸੰਗ ਹੋਣਾ, ਵੀ ਸੰਗ ਕੀ ਹੋਣਾ, ਹਰ ਜਾ ਸਿਰੇ ਮਨਾ ਗਾਇਲ ਹੈ ਜੋ ਸੰਗੀ ਹੈ ਤੇਰੋ। ਇਸ ਤਰ੍ਹਾਂ ਹੀ ਸੰਗ ਛੱਡਣਾ, ਜਬ ਹੀ ਨਿਰਦਨ ਦੇਖਿਓ ਜਨ ਕੋ ਸੰਗ ਛਾੜ ਸਭ ਭਾਗੇ, ਬਿਪਤ ਭਰੀ ਸਭ ਹੀ ਸੰਗ ਛਾੜਤ ਕੋ ਨ ਆਵੇ ਨੇੜੇ। ਮਣੀ ਇਸ ਤਰ੍ਹਾਂ ਦੇ ਬਹੁਤ ਵਾਰ-ਵਾਰ ਜਿਹੜੀ ਹੈ ਵਰਤੋਂ ਜਿਹੜੀ ਇਸ ਤਰ੍ਹਾਂ ਦੀ ਮੁਹਾਵਰਿਆਂ ਦੀ ਗੁਰੂ ਸਾਹਿਬ ਜਿਹੜਾ ਹੈ ਕਰਦੇ ਨੇ। ਇਸ ਤਰ੍ਹਾਂ ਹੀ ਲਾਜ ਰੱਖਣਾ, ਮਾਇਆ ਹੱਥ ਬਕਾਨਾ, ਪਹਿਲਾਂ ਮੈਂ ਪੜ੍ਹਿਆ ਸੀ ਜਿਹੜਾ ਹੈ ਲੀਨ ਹੋਣਾ, ਪੱਤ ਰੱਖਣਾ, ਆਪਾ ਚੀਨਣਾ। ਇਸ ਤਰ੍ਹਾਂ ਜਿਹੜਾ ਹੈ ਗੁਣ ਗਾਉਣੇ, ਪਾਰ ਪਾਉਣਾ, ਜਿਹੜਾ ਹੈ ਕਾਜ ਵਿਗੜਨਾ, ਜਾਣ ਬੂਝ ਕੇ ਬਾਵਰੇ ਤੋਂ ਕਾਜ ਵਿਗਾੜਿਓ, ਤੇਰਾ ਕੰਮ ਵਿਗੜ ਜਾਣਾ ਭਾਵ ਜਿਹੜਾ ਹੈ। ਮਨੀ ਮੁਹਾਵਰਿਆਂ ਦੀ ਵਰਤੋਂ ਗੁਰੂ ਸਾਹਿਬ ਨੇ ਬਹੁਤ ਅਸੀਂ ਕਹਿ ਸਕਦੇ ਹਾਂ ਕਿ ਕੀਤੀ ਹੈਗੀ, ਕਿਉਂਕਿ ਮੁਹਾਵਰਾ ਜਿਹੜਾ ਹੈ ਨਾ ਉਹ ਗੱਲ ਨੂੰ ਸਮਝਣ ਸਮਝਾਉਣ ਦੇ ਲਈ ਤੇ ਇੱਕ ਪ੍ਰਵਚਨ ਨੂੰ ਜਿਹੜਾ ਹੈ ਰੌਚਕ ਬਣਾਉਣ ਦੇ ਲਈ ਤੇ ਪ੍ਰਵਚਨ ਨੂੰ ਗਹਿਰੇ ਅਰਥ ਦੇਣ ਦੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਯੁਕਤ ਵਜੋਂ, ਇੱਕ ਮਹੱਤਵਪੂਰਨ ਸੰਦ ਵਜੋਂ ਜਿਹੜਾ ਹੈ ਵਰਤਿਆ ਜਾਂਦਾ ਜਿਹੜਾ। ਹੁਣ ਮੈਂ ਇੱਕ ਆਖਰੀ ਗੱਲ ਜਿਹੜੀ ਹੈ ਤੁਹਾਡੇ ਨਾਲ ਜਿਹੜੀ ਕਰਨੀ ਹੈਗੀ ਉਹ ਕਰਕੇ ਜਿਹੜਾ ਹੈ ਸਿਰਫ 2 ਮਿੰਟ ਦੇ ਵਿੱਚ ਡਾਕਟਰ ਸਾਹਿਬ ਲਵਾਂਗਾ। ਮੈਂ ਜਿੰਨਾ ਸੋਚਿਆ ਸੀ ਉਸ ਤੋਂ ਵੱਧ ਟਾਈਮ ਲੈ ਲਿਆ ਹੋਇਆ। ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਵਿੱਚ ਜਿਵੇਂ ਮੈਂ ਪਹਿਲਾਂ ਕਿਹਾ ਸੀ ਵੀ 2-2 ਤੁਕਾਂ ਦੇ ਜਿਹੜੇ ਹੈ ਪਦ ਨੇਗੇ, ਤੇ ਇਹਨਾਂ ਦਾ ਇੱਕ ਮੈਂ ਹੋਰ ਜਿਹੜਾ ਹੈ ਬਹੁਤ ਹੀ ਜਿਹੜਾ ਅਸੀਂ ਕਹਿ ਸਕਦੇ ਹਾਂ ਵੀ ਪ੍ਰਵਚਨ ਦੇ ਪੱਖ ਤੋਂ ਇੱਕ ਵਧੀਆ ਜਿਹੜਾ ਕਲਾਤਮਕ ਲੱਛਣ ਇਹ ਬਣਦਾ ਹੈਗਾ ਕਿ ਉਹਨਾਂ ਦੀ ਜਿਹੜੀ ਭਾਸ਼ਾ ਯੁਕਤ ਦਾ ਕਲਾਤਮਕ ਵਿਸ਼ੇਸ਼ਤਾ ਇਹ ਬਣਦੀ ਹੈ ਕਿ ਉਹਨਾਂ ਨੇ ਪਰਮਾਰਥ ਦੇ ਮਾਰਗ ਦੀ ਜਿਹੜੀ ਸਾਧਨਾ ਵਿਧੀ ਹੈ ਉਹਦੇ ਵਿਭਿੰਨ ਪਹਿਲੂਆਂ ਨੂੰ ਲਘੂ ਵਰਤਾਂਤ ਦੇ ਰੂਪ ਦੇ ਵਿੱਚ ਪੇਸ਼ ਕੀਤਾ ਹੈਗਾ। ਇਹ ਵੀ ਇੱਕ ਸਾਡੀ ਸਨਾਤਨੀ ਜਿਹੜੀ ਸ਼ੈਲੀ ਹੈ ਉਹਦਾ ਇੱਕ ਬਹੁਤ ਵੱਡਾ ਪ੍ਰਮਾਣ ਹੈ। ਸਨਾਤਨੀ ਸ਼ੈਲੀ ਦੇ ਵਿੱਚ ਵੀ ਹੁੰਦਾ ਹੈ, ਗੱਲ ਕੀਤੀ ਜਾਂਦੀ ਹੈ ਸੂਤਰ ਰੂਪ ਦੇ ਵਿੱਚ, ਤੇ ਲੇਕਿਨ ਉਹ ਸੂਤਰ ਇੱਕ ਦੂਜੇ ਦੇ ਨਾਲ ਜੁੜਨ ਵਾਲੇ ਹੁੰਦੇ ਨੇਗੇ, ਇਸ ਕਰਕੇ ਉਹ ਲਘੂ ਵਰਤਾਂਤ ਬਣ ਜਾਂਦਾ ਹੈ। ਇਸ ਕਰਕੇ ਗੁਰੂ ਸਾਹਿਬ ਜਿਹੜਾ ਹੈ ਸਾਡੇ ਸਾਹਮਣੇ ਇੱਕ ਦਾਰਸ਼ਨਿਕ ਪ੍ਰਵਚਨ ਦਾ ਇੱਕ ਜਿਹੜਾ ਹੈ ਲਘੂ ਵਰਤਾਂਤ ਸਿਰਜਦੇ ਨੇ। ਜਿਹੜਾ ਲਘੂ ਵਰਤਾਂਤ ਜਿਹੜਾ ਹੈ ਇਹ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਜਿੰਨੀ ਗੱਲ ਸੰਖੇਪ ਹੋਏਗੀ ਉਨੀ ਪ੍ਰਭਾਵਸ਼ਾਲੀ ਹੋਏਗੀ। ਮੈਂ ਜੇ ਇੱਥੇ ਟਾਕਰਾ ਕਰਨਾ ਹੋਵੇ ਆਪਣਾ ਰਜਨੀਸ਼ ਦੀ ਗੱਲ ਦੇ ਨਾਲ, ਰਜਨੀਸ਼ ਜਿਹੜਾ ਉਸੋ ਜਿਹੜੀ ਗੱਲ ਕਰਦੇ ਨੇ ਉਹ ਕਹਾਣੀ ਐਡੀ ਵੱਡੀ ਪਾ ਦਿੰਦੇ ਨੇ ਕਿ ਜਿਹੜੀ ਅਸਲੀ ਗੱਲ ਹੁੰਦੀ ਹੈ, ਜਿਹੜੀ ਤੱਤ ਵਾਲੀ ਗੱਲ ਹੁੰਦੀ ਹੈ, ਜਿਹੜਾ ਨੁਕਤਾ ਹੁੰਦਾ ਹੈ ਉਹ ਕਈ ਵਾਰ ਵਿੱਚ ਰੁੜ ਜਾਂਦਾ ਹੈ ਕਿਉਂਕਿ ਵਿਅਕਤੀ ਜਿਹੜਾ ਹੈ ਉਹ ਵਰਤਾਂਤ ਦੇ ਵਿੱਚੋਂ ਰਸ ਲੈਣ ਲੱਗ ਜਾਂਦਾ ਹੈ, ਕਹਾਣੀ ਰਸ ਲੈਣ ਲੱਗ ਜਾਂਦਾ, ਉਹਨੂੰ ਭੁੱਲ ਜਾਂਦਾ ਹੈ। ਪਰ ਜਿਹੜਾ ਇਹ ਲਘੂ ਵਰਤਾਂਤ ਹੈ ਸ਼ਲੋਕ ਵਾਲਾ,
ਤੇ ਇਹਦੇ ਵਿੱਚ ਗੱਲ ਬਿਲਕੁਲ ਐਨ ਉੱਥੇ ਉਸ ਨੁਕਤੇ ਦੇ ਉੱਤੇ ਖੜੀ ਰਹਿੰਦੀ ਹੈ, ਤੇ ਇਹ ਬਿਲਕੁਲ ਨਹੀਂ ਕਿਸੇ ਇੱਧਰ ਉੱਧਰ ਨਹੀਂ ਜਾਂਦੀ ਹੈ। ਮੈਂ ਉਹ ਤੁਹਾਡੇ ਸਾਹਮਣੇ ਜਿਹੜਾ ਹੈ 5-7 ਪੜ੍ਹ ਦਿੰਦਾ, ਨੋਟ ਤਾਂ ਮੈਂ ਬਹੁਤ ਕੀਤੇ ਹੋਏ ਨੇ। ਜਿਹੜਾ ਹੈ ਸਿਰਫ ਮੈਂ ਦਾਰਸ਼ਨਿਕ ਮਹੱਤਤਾ ਵਾਲੇ ਜਿਹੜੇ ਲਘੂ ਵਰਤਾਂਤ ਨੇ ਮੈਂ ਉਹ ਪੜ੍ਹ ਰਿਹਾ। ਕੱਲ ਮਹਿ ਮੁਕਤ ਨਾਮ ਤੇ ਪਾਵਤ, ਗੁਰਜ ਹੈ ਭੇਦ ਬਤਾਵੈ, ਕਹੋ ਨਾਨਕ ਸੋਈ ਨਰ ਗਰੂਆ, ਜੋ ਪ੍ਰਭ ਕੇ ਗੁਣ ਗਾਵੈ। ਮਣੀ ਪਰਮਾਰਥ ਦੀ ਜੁਗਤ ਦੇ ਬਾਰੇ ਗੁਰੂ ਸਾਹਿਬ ਜਿਹੜਾ ਇੱਕ ਛੋਟਾ ਜਿਹਾ ਸਾਡੇ ਸਾਹਮਣੇ ਵਰਤਾਂਤ ਦੇ ਰਹੇ ਨੇ। ਬਾਹਰ ਭੀਤਰ ਏਕੋ ਜਾਨੋ, ਇਹੋ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨ ਭਰਮ ਕੀ ਕਾਈ। ਮਣੀ ਉਹਨਾਂ ਨੇ ਉਸ ਚੀਜ਼ ਨੂੰ ਜਿਹੜੀ ਉਹ ਉਹਨਾਂ ਦੀ ਵਿਧੀ ਹੈ ਜਿਹੜਾ ਉਹਨੂੰ ਸਾਹਮਣੇ ਰੱਖਣਾ ਵੀ ਕਿਸ ਵਿਧ ਦੇ ਨਾਲ ਜਿਹੜਾ ਹੈ ਉਸ ਉੱਥੇ ਤੱਕ ਪਹੁੰਚਿਆ ਜਾ ਸਕਦਾ ਹੈ। ਉਹ ਵਿਧ ਜਿਹੜੀ ਹੈ ਖੋਜਣ ਵਾਲੀ ਹੋ ਸਕਦੀ ਹੈ। ਉਹ ਵਿਧੀ ਜਿਹੜੀ ਹੈ ਜਿਹੜੀਆਂ ਸਾਡੀਆਂ ਕਦਰਾਂ ਕੀਮਤਾਂ ਨੇ, ਜਿਹੜੀਆਂ ਸਾਡੀਆਂ ਵਿਹਾਰਕ, ਤੇ ਉਹਨਾਂ ਨੂੰ ਧਾਰਨ ਕਰਨ ਨਾਲ ਹੋ ਸਕਦੀ ਹੈ। ਜਿਵੇਂ ਹੈ ਉਸਤਤ ਨਿੰਦਿਆ ਦਊ ਤੇ ਆਗੈ, ਖੋਜੈ ਪਦ ਨਿਰਵਾਨਾ, ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਜਿਹੜਾ ਹੈ ਮੇਰੇ ਸਾਹਮਣੇ ਪਏ ਹੋਏ ਨੇ। ਜਿਹੜਾ ਹੈ ਜਿਵੇਂ ਰਾਮ ਸਿਮਰ ਇਹ ਤੇਰਾ ਕਾਜ ਹੈ, ਮਾਇਆ ਕੋ ਸੰਗ ਤਿਆਜ, ਪ੍ਰਭੂ ਜੀ ਕੀ ਸ਼ਰਨ ਲਾਗ, ਜਗ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ। ਮਣੀ ਇਹ ਤਿੰਨ ਤੁਕਾਂ ਦਾ ਹੈ, ਤੇ ਤੁਕ ਹੈ ਇਹ ਪਦ ਜਿਹੜਾ ਹੈ 3 ਤੁਕਾਂ ਦਾ ਹੈ। ਮਣੀ ਇਸ ਪਦ ਦੇ ਵਿੱਚ ਜਿਹੜਾ ਹੈ ਗੁਰੂ ਸਾਹਿਬ ਜਿਹੜਾ ਹੈ ਕਿਸ ਤਰ੍ਹਾਂ ਉਹ ਪਰਮਾਤਮਾ ਦੀ ਜੁਗਤ ਨੂੰ ਜਿਹੜਾ ਹੈ ਮਣੀ ਕਿੰਨੇ ਹੀ ਅਸੀਂ ਕਹਿ ਸਕਦੇ ਹਾਂ ਕਿ ਪ੍ਰੇਮ ਸਹਿਤ ਅਸੀਂ ਬਹੁਤ ਹੀ, ਜਿਵੇਂ ਬੱਚੇ ਨੂੰ ਪ੍ਰੇਮ ਨਾਲ ਕਈ ਵਾਰੀ ਆਪਾਂ ਗਾ ਕੇ ਲੋਰੀ ਦੇ ਕੇ ਗੱਲ ਸਮਝਾਉਂਦੇ ਹਾਂ ਜਿਹੜਾ ਹੈ, ਤੇ ਬੱਚਾ ਸਮਝ ਜਾਂਦਾ ਹੈ। ਤੇ ਉਸ ਪ੍ਰਸੰਗ ਦੇ ਵਿੱਚ ਜਿਹੜਾ ਹੈ ਇਹ ਗੱਲ ਜਿਹੜੀ ਹੈ ਬਹੁਤ ਹੀ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਮੇਰੇ ਕੋਲ ਕੁਝ ਹੋਰ ਨੁਕਤੇ ਹੈ ਸੀਗੇ, ਪਰ ਮੈਂ ਇੱਥੇ ਜਿਹੜਾ ਹੈ ਆਪਣੀ ਗੱਲ ਨੂੰ ਜਿਹੜਾ ਸਮਾਪਤ ਕਰਦਾ, ਕਿਉਂਕਿ ਮੈਂ ਜਿਹੜਾ ਸਮੇਂ ਵੱਲ ਦੇਖਦਾ ਤੇ ਮੈਨੂੰ ਐਂ ਲੱਗਦਾ ਵੀ ਮੈਨੂੰ ਥੋੜੀ ਜਿਹੀ ਨਹੀਂ ਬੋਲਣਾ ਚਾਹੀਦਾ ਜ਼ਿਆਦਾ ਇਸ ਤੋਂ। ਤੇ ਮੈਂ ਤੁਹਾਡਾ ਸਾਰਿਆਂ ਦਾ, ਪ੍ਰਧਾਨ ਜੀ ਦਾ ਵੀ ਤੇ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਕਿ ਮੈਨੂੰ ਇੰਨੀਆਂ ਗੱਲਾਂ ਮੇਰੀਆਂ ਸਵੀਕਾਰ ਕਰ ਲਿਓ, ਤੇ ਬਾਕੀ ਥੋੜੇ ਸਮੇਂ ਲਈ ਮਾਫ ਕਰ ਲਿਓ।